ਨਾਨਕ ਦੇਵਾ। ਓੰਕਾਰ ਅੰਗਦ ਭਪੇਵਾ। ਸਤਨਾਮ ਗੁਰ ਅਮਰ ਪਿਆਰੇ, ਕਰਤਾ ਰਾਮਦਾਸ ਗੁਰ ਵਾਰੇ। ਪੁਰਖ ਸ੍ਰੀ ਅਰਜੁਨ ਗਤ ਬਾਨੀ, ਨਿਰਭਉ ਹਰਿ ਗੋਬਿੰਦ ਵਖਾਨੀ। ਨਿਰਵੈਰ ਸ੍ਰੀ ਗੁਰੂ ਹਰਿ ਰਾਏ, ਅਕਾਲ ਮੂਰਤ ਸ੍ਰੀ ਕ੍ਰਿਸ਼ਨ ਧਿਆਏ। ਅਜੂਨੀ ਤੇਗ ਬਹਾਦਰ ਰਾਈ, ਸੈਭੰ ਗੁਰ ਦਸ਼ਮੇਸ਼ ਸਹਾਏ। ਗੁਰ ਪ੍ਰਸਾਦ ਗ੍ਰੰਥ ਗੁਰ ਗਿਆਨਾ, ਵਾਹਿਗੁਰੂ ਬੰਦਨ ਭਗਵਾਨਾ। ਸ੍ਰੀ ਨਾਨਕ ਪੁਰਸ਼ੋਤਮੰ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ। ਧਰ ਪਰ ਧਰ ਕਰ ਮਾਥ, ਮੈਂ ਮੂਰਖ ਕੀ ਕੇਤਕ ਬਾਤ ਹੈ। ਓਟ ਪਰਾਧੀ ਤਰਿਆਰੇ, ਗੁਰ ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਭਰਿਆ ਰੇ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਮੂਕ ਉਚਰਹਿ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਹੇ। ਅੰਧ ਲਖੈ ਬਦਰੁ ਸੁਨੈ, ਜੋ ਕਾਲ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਤੁਮਰੀ ਸਰਣ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ। ਰਾਖਹੁ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਰਾਖਹੁ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਗਊ ਬ੍ਰਾਹਮਣ ਕਉ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਗਊ ਬ੍ਰਾਹਮਣ ਕਉ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਔਰਤ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਨੇ ਕਿਰਪਾ ਮਿਹਰਾਮਤ ਕੀਤੀ ਹੈ। ਅੰਮ੍ਰਿਤ ਵੇਲਾ ਸੱਚ ਨਾਉ, ਵਡਿਆਈ ਵਿਚਾਰ। ਮਹਾਰਾਜ ਸਾਹਿਬ ਜੀ ਨੇ ਕਿਰਪਾ ਮਿਹਰਾਮਤ ਕੀਤੀ। ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋ ਕੇ ਗੁਰੂ ਕੀ ਸਾਧ ਸੰਗਤ ਨੂੰ, ਖਾਲਸੇ ਪੰਥ ਨੂੰ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਹਨ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਸਾਰੀਆਵਾਂ ਚਿੰਤਾ ਨੂੰ ਦੂਰ ਕਰਨ ਵਾਲੀ ਗੁਰੂ ਕੀ ਸਤਿਕਾਰਯੋਗ ਗੁਰਬਾਣੀ। ਗੁਰਮੁਖ ਜਨਾਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਗੁਰਬਾਣੀ ਨਿਤਨੇਮ ਦੇ ਜਾਪ ਆਪ ਸੰਗਤ ਨੂੰ ਸਰਵਣ ਕਰਵਾਏ ਹਨ।
ਆਪ ਸੰਗਤ ਨੇ ਅੰਮ੍ਰਿਤ ਵੇਲੇ ਦੀ ਵਡਿਆਈ ਵਿਚਾਰਦੇ ਹੋਏ ਗੁਰੂ ਕੀ ਸਾਧ ਸੰਗਤ ਕੀਤੀ ਹੈ। ਬੜਾ ਸਮਾਂ ਧੰਨਵਾਦੀ ਹੈ, ਵਡਭਾਗੀ ਹੈ, ਸਫਲਾ ਹੈ ਸਮਾਂ ਇਹ ਜਿਹੜਾ ਕਰਤਾਰ ਵਾਹਿਗੁਰੂ ਦੇ ਨਾਲ ਜੁੜ ਜਾਈਏ। ਇਹ ਸਮਾਂ ਹੀ ਸੁਹੇਲਾ ਹੈ, ਕਿਸੇ ਵਿਰਲੇ ਵਿਰਲੇ ਨੂੰ ਨਸੀਬ ਹੁੰਦਾ ਕਰਮਾਂ ਵਾਲੇ। ਇਸ ਕਰਕੇ ਸਾਰੇ ਕਰਮਾਂ ਵਾਲੇ ਹਾਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਕੇ ਹਜ਼ੂਰ ਬੈਠੇ ਹਾਂ ਭਾਈ। ਬੜਾ ਹੀ ਵਡਭਾਗੀ ਸਮਾਂ ਹੈ। ਆਓ ਸਾਰੇ ਰਲ ਮਿਲ ਕੇ ਮਨੋਂ ਬਿਰਤਿਆਂ ਨੂੰ ਇਕਾਗਰ ਕਰੀਏ। ਜੋ ਧੁਰ ਦਾ ਉਪਦੇਸ਼ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ ਲੈ ਕੇ ਆਏ ਨੇ ਸਾਡੇ ਕਲਯੁਗੀ ਜੀਵਾਂ ਦੇ ਵਾਸਤੇ, ਕਲਯੁਗ ਦੇ ਉਦਾਹਰਨ ਦੇ ਵਾਸਤੇ, ਮਹਾਰਾਜ ਸਾਹਿਬ ਜੀ ਨੇ ਸੰਸਾਰ ਸਮੁੰਦਰ ਤੋਂ ਤਾਰਨ ਦੇ ਵਾਸਤੇ, ਜਗਤ ਜਲੰਦੇ ਨੂੰ ਠਾਰਨ ਦੇ ਵਾਸਤੇ ਜਿਹੜਾ ਉਪਦੇਸ਼ ਬਖਸ਼ਿਆ ਹੈ। ਸ੍ਰੀ ਆਸਾ ਜੀ ਕੀ ਵਾਰ ਗੁਰਬਾਣੀ ਦੇ ਅੰਦਰ ਮਨੋਂ ਬਿਰਤਿਆਂ ਨੂੰ ਇਕਾਗਰ ਕਰਕੇ ਗੁਰਬਾਣੀ ਦੀ ਕਥਾ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਪਹਿਲਾ। ਮਾਇਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜਿਨ੍ਹਾਂ ਨੇ ਉਪਦੇਸ਼ ਦਿੱਤਾ ਰਾਜ ਕਰੇਗਾ ਖਾਲਸਾ ਆਕੀ ਰਹਿ ਨਾ ਕੋਈ। ਐਸੇ ਦੀਨ ਦਿਆਲ ਸਤਿਗੁਰੂ ਜੀ ਖੁਦ ਖੁਦਾ ਪਰਮੇਸ਼ਵਰ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨਿਰੰਕਾਰ ਪਰਮਾਤਮਾ ਜੀ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਅੰਦਰ ਆਸਾ ਜੀ ਕੀ ਵਾਰ ਦੇ ਅੰਦਰ 16ਵੀਂ ਪੌੜੀ ਦੇ ਅੰਦਰ 16ਵੇਂ ਸ਼ਲੋਕ ਦੇ ਅੰਦਰ ਪਾਕ ਪਵਿੱਤਰ ਉਪਦੇਸ਼ ਬਖਸ਼ਦੇ ਹਨ। ਗਊ ਬ੍ਰਾਹਮਣ ਕਾਉ ਕਰ ਲਾਵਹੁ ਗੋਬਰ ਤਰਨ ਨਾ ਜਾਈ। ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਸ਼ੋਭਿਤ ਹੈ, ਬੜੀ ਕਿਰਪਾ ਮਿਹਰਾਨ ਤੇ ਉਸ ਜਗ੍ਹਾ ਤੇ ਸੁਲਤਾਨਪੁਰ ਲੋਧੀ। ਕਹਿੰਦੇ ਹਨ ਕਿ ਜਗਤ ਜਲੰਦੇ ਨੂੰ ਤਾਰਨ ਵਾਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀ। ਜਿੱਥੇ ਅੱਜ ਕੱਲ੍ਹ ਬੇਰੀ ਪ੍ਰਕਾਸ਼ ਹੈ, ਜਿੱਥੇ ਸਤਿਗੁਰਾਂ ਨੇ ਦਾਤਨ ਕਰਕੇ ਬੇਰੀ ਕੱਢੀ ਸੀ, ਉੱਥੇ ਕਹਿੰਦੇ ਮਹਾਰਾਜ ਸਾਹਿਬ ਜੀ ਬਿਰਾਜਮਾਨ ਹਨ। ਕਰਤਾਰ ਵਾਹਿਗੁਰੂ ਦੇ ਗੁਣਾਂ ਵਿੱਚ ਇੱਕ ਰਸ ਹੋਏ ਪਏ ਹਨ। ਕਲਯੁਗੀ ਜੀਵਾਂ ਨੂੰ ਉਧਾਰਦੇ ਹਨ ਮਹਾਰਾਜ ਸਾਹਿਬ ਜੀ। ਤੇ ਥੋੜਾ ਜਿਹਾ ਪਰੇ ਜਾਈਏ, ਜਿੱਥੇ ਚੌਂਕ ਆਉਂਦਾ ਹੈ ਛੋਟਾ ਜਿਹਾ, ਜਿੱਥੇ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦੀ ਅੰਸ਼ ਬੰਸ ਮਹਾਂਪੁਰਖ ਬਾਬਾ ਅਵਤਾਰ ਸਿੰਘ ਜੀ ਨੇ ਗੁਰੂ ਘਰ ਸੁਸ਼ੋਭਿਤ ਬਣਵਾਇਆ ਹੈ, ਸੁਸ਼ੋਭਿਤ ਕਰਵਾਇਆ ਹੈ। ਉਹਦੇ ਥੱਲੇ ਕਹਿੰਦੇ ਇੱਕ ਪੁਲ ਹੈ ਪੁਰਾਣਾ, ਹਜੇ ਵੀ ਦਿਸਦਾ ਹੈ। ਜੇ ਧਿਆਨ ਨਾਲ ਨਜ਼ਰ ਮਾਰੀਏ, ਉਹਦੇ ਥੱਲੇ ਇੱਕ ਪੁਰਾਣਾ ਪੁਲ ਹੈ ਜਿਹੜਾ ਮਹਾਰਾਜ ਸਾਹਿਬ ਜੀ ਦੇ ਸਮੇਂ ਚੱਲਦਾ ਸੀ। ਉਦੋਂ ਜਿੰਨਾ ਵੇਈ ਨਦੀ ਦਾ ਪਾਣੀ ਸੀ ਸਾਰਾ ਉਹ ਪੁਲ ਦੇ ਹੇਠਾਂ ਹੀ ਲੰਘਦਾ ਸੀ। ਹੁਣ ਤੇ ਪੁਲ ਨਵੇਂ ਬਣ ਗਏ। ਉਹ ਪੁਲ ਜਿਹੜਾ ਬੜਾ ਪੁਰਾਣਾ ਹੈ, ਜਿੱਥੇ ਅੱਜ ਕੱਲ੍ਹ ਦਲ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਗੁਰੂ ਘਰ ਬਣਿਆ। ਉੱਥੇ ਕਹਿੰਦੇ ਬਹਿਲੋਲ ਖਾਂ ਦਾ ਲੋਧੀ ਦਾ ਰਾਜ ਉਸ ਸਮੇਂ, ਬਹਿਲੋਲ ਲੋਧੀ ਦਾ। ਤੇ ਉਹਨੇ ਇੱਕ ਖੱਤਰੀ ਨੂੰ ਰੱਖਿਆ ਕਾਹਦੇ ਵਾਸਤੇ? ਜਿਵੇਂ ਟੋਲ ਟੈਕਸ ਲੈਂਦੇ ਨਾ ਪੁਲਾਂ ਦੇ ਉੱਤੇ, ਹੁਣ ਵੀ ਲੈਂਦੇ ਨੇ। ਪੰਜਾਬ ਸਰਕਾਰ ਨੇ ਵੀ ਲਾਇਆ ਸਾਰੇ ਪਾਸੇ, ਭਾਰਤ ਸਰਕਾਰ ਵੱਲੋਂ ਵੀ ਸਾਰੇ ਪੁਲਾਂ 'ਤੇ ਲਿਆ ਜਾਂਦਾ ਟੋਲ ਟੈਕਸ। ਕਹਿੰਦੇ ਬਹਿਲੋਲ ਲੋਧੀ ਨੇ ਵੀ ਉਦੋਂ ਟੈਕਸ ਲਾਇਆ। ਕਿਸੇ ਖੱਤਰੀ ਨੂੰ ਬਹਾ ਦਿੱਤਾ ਉੱਥੇ ਪੁਲ ਦੇ ਉੱਤੇ ਕਿ ਜਿਹੜਾ ਵੀ ਕੋਈ ਲੰਘੇ, ਭਾਵੇਂ ਕੋਈ ਪਸ਼ੂ ਲੈ ਕੇ ਲੰਘੇ, ਭਾਵੇਂ ਕੋਈ ਇਕੱਲਾ ਲੰਘੇ, ਉਹਦੇ ਕੋਲ ਟੈਕਸ ਜ਼ਰੂਰ ਲੈਣਾ। ਜਿੰਨਾ ਜਿੰਨਾ ਕਰ ਵਸੂਲਣਾ ਉਹਨਾਂ ਵਸੂਲਣਾ ਹੀ, ਕੋਈ ਮਾਫੀ ਨਹੀਂ, ਕੋਈ ਜਾਣ ਪਛਾਣ ਨਹੀਂ। ਜਿਸ ਪ੍ਰਕਾਰ ਹੋਇਆ ਤੇ ਖੱਤਰੀ ਨੂੰ ਡਰ ਸੀ ਮੇਰੀ ਨੌਕਰੀ ਨਾ ਨਿਕਲ ਜਾਵੇ। ਕਹਿੰਦੇ ਇੱਕ ਦਿਨ ਇਸੇ ਪ੍ਰਕਾਰ ਹੀ ਹੋਇਆ। ਇੱਕ ਗਰੀਬ ਬ੍ਰਾਹਮਣ ਤੇ ਨਾਲ ਉਹਦੇ ਇੱਕ ਗਊ ਤੁਰੀ ਆ ਰਹੀ ਹੈ। ਕਿਸੇ ਨੇ ਭੇਟਾ ਕੀਤੀ ਸੀ ਗਊ ਗਰੀਬ ਬ੍ਰਾਹਮਣ ਨੂੰ, ਕਿਉਂਕਿ ਪਹਿਲੋਂ ਲੋਕ ਬ੍ਰਾਹਮਣਾਂ ਦਾ ਸਤਿਕਾਰ ਬੜਾ ਕਰਦੇ ਸੀ। ਹਿੰਦੂ ਧਰਮ ਦੇ ਵਿੱਚ ਮੰਨਿਆ ਜਾਂਦਾ ਸੀ ਕਿ ਬ੍ਰਾਹਮਣ ਗੁਰੂ ਹੈ ਜਗਤ ਦਾ।
ਕਹਿੰਦੇ ਸੀ ਕਿ ਸੰਸਾਰ ਦਾ ਗੁਰੂ ਬ੍ਰਾਹਮਣ ਹੈ, ਬ੍ਰਾਹਮਣ ਤੋਂ ਬਗੈਰ ਪਾਰ ਉਤਾਰਾ ਨਹੀਂ। ਜੇ ਬ੍ਰਾਹਮਣ ਅਗਨੀ ਦੇ ਵਿੱਚ ਆਹੂਤੀਆਂ ਪਾਵੇਗਾ, ਹਵਨ ਜਗ ਕਰੇਗਾ, ਫਿਰ ਸਾਡੇ ਜੀਵਾਂ ਦਾ ਭਲਾ ਹੋਵੇਗਾ। ਇਹ ਹਿੰਦੂਆਂ ਦੀ ਮੱਤ ਸੀ ਉਸ ਸਮੇਂ, ਖੱਤਰੀਆਂ ਦੀ। ਪਰ ਜਦੋਂ ਉਹ ਬਾਹਮਣ ਜਿਹੜਾ ਸੀ ਪੁਲ ਦੇ ਉੱਤੋਂ ਲੰਘਣ ਲੱਗਾ ਆਪਦੀ ਗਊ ਲੈ ਕੇ, ਖੱਤਰੀ ਨੇ ਰੋਕ ਲਿਆ, ਕਹਿੰਦਾ ਭਾਈ ਟੈਕਸ ਦਿਓ, ਜਿੰਨਾ ਚਿਰ ਕਰ ਨਹੀਂ ਨਾ ਦਿੰਦੇ ਉਹਨਾਂ ਚਿਰ ਮੈਂ ਜਾਣ ਨਹੀਂ ਦੇਣਾ। ਪਹਿਲੋਂ ਕਰ ਮੈਂ ਵਸੂਲ ਕਰਾਂਗਾ, ਫਿਰ ਤੁਹਾਨੂੰ ਜਾਣ ਦੇਵਾਂਗਾ। ਉਹ ਬਾਹਮਣ ਕਹਿਣ ਲੱਗਾ, ਤੂੰ ਖੱਤਰੀ ਹੈ, ਤੇਰਾ ਧਰਮ ਖੱਤਰੀ ਹੈ, ਤੇਰਾ ਧਰਮ ਬਣਦਾ ਕਿ ਮੈਨੂੰ ਗਰੀਬ ਬਾਹਮਣ ਨੂੰ ਜਾਣ ਦੇਣਾ। ਤੇਰਾ ਹਿਰਦਾ ਕੈਸਾ ਹੈ, ਕੋਮਲ ਨਹੀਂ ਹੈ, ਤੈਨੂੰ ਗਰੀਬ ਬ੍ਰਾਹਮਣ ਤੇ ਤਰਸ ਨਹੀਂ ਆਉਂਦਾ। ਮੈਨੂੰ ਕਿਸੇ ਨੇ ਗਊ ਭੇਟਾ ਕੀਤੀ ਹੈ, ਤੂੰ ਇਹਦਾ ਵੀ ਕਰ ਮੰਗੀ ਜਾਂਦਾ ਹੈ, ਤੈਨੂੰ ਜਮਾਂ ਵੀ ਦਇਆ ਨਹੀਂ। ਉਹ ਕਹਿੰਦਾ ਮੈਂ ਤੇ ਬਹਿਲੋਲ ਲੋਧੀ ਦੀ ਥਾਂ ਤੇ ਨੌਕਰੀ ਕਰਦਾ ਹਾਂ, ਉਹਨੇ ਮੈਨੂੰ ਲਾਇਆ ਇੱਥੇ, ਜਿਵੇਂ ਉਹਦਾ ਹੁਕਮ ਮੈਂ ਤੇ ਉਸੇ ਪ੍ਰਕਾਰ ਹੀ ਕਰਾਂਗਾ। ਤੇ ਇੰਨੇ ਨੂੰ ਇਹ ਵਾਰਤਾਲਾਪ ਸੁਣਦੇ ਵੇਖਦੇ ਗੁਰੂ ਨਾਨਕ ਦੇਵ ਜੀ ਵੀ ਉੱਥੇ ਪਹੁੰਚ ਗਿਆ ਪੁੱਲ ਵਾਲੀ ਥਾਂ ਤੇ। ਅਜੇ ਮਹਾਰਾਜ ਸਾਹਿਬ ਪਹੁੰਚਣ ਹੀ ਡਏ ਨੇ, ਪਿੱਛੋਂ ਇੱਕ ਆਇਆ ਪਿਆਰਾ, ਖੱਤਰੀ ਧਰਮ ਦੇ ਵਿੱਚ ਪੱਕਾ ਸੀ। ਜਦੋਂ ਉਹਨੇ ਵਾਰਤਾਲਾਪ ਪੁੱਛੀ ਇਹ ਕੀ ਹੁੰਦਿਆ ਇੱਥੇ, ਬ੍ਰਾਹਮਣ ਨੇ ਫਰਿਆਦ ਕੀਤੀ ਕਿ ਧੱਕਾ ਕਰਦਾ ਮੇਰੇ ਨਾਲ ਖੱਤਰੀ, ਮੈਂ ਗਰੀਬ ਹਾਂ, ਮੇਰੇ ਤੇ ਜ਼ੋਰ ਜ਼ੁਲਮ ਕਰਦਾ ਹੈ। ਕਹਿੰਦਾ ਟੈਕਸ ਦੇ ਪੁਲ ਤੋਂ ਲੰਘਣ ਦਾ। ਆਂਦਾ ਮੈਂ ਤਾਂ ਗਰੀਬ ਹਾਂ, ਗਰੀਬ ਹੀ ਗਊ ਲੈ ਕੇ ਆਇਆ ਕਿਸੇ ਦੇ ਘਰੋਂ, ਕਿਸੇ ਨੇ ਸਤਿਕਾਰ ਕੀਤਾ ਮੇਰਾ, ਗਊ ਮੈਨੂੰ ਦਾਨ ਦੇ ਵਿੱਚ ਦਿੱਤੀ ਹੈ, ਤੇ ਇਹ ਕਹਿੰਦਾ ਟੈਕਸ ਦੇ। ਤੇ ਉਹ ਜਿਹੜਾ ਪ੍ਰੇਮ ਵਾਲਾ ਸੀ ਉਹਨੇ ਕਹਿੰਦੇ ਟੈਕਸ ਦੇ ਦਿੱਤਾ ਬ੍ਰਾਹਮਣ ਦਾ। ਤੇ ਜਦੋਂ ਬ੍ਰਾਹਮਣ ਗਊ ਲੈ ਕੇ ਗਾਂ ਲੰਘਣ ਲੱਗਾ ਪੁਲ ਤੋਂ, ਤੇ ਉਧਰੋਂ ਗਊ ਨੇ ਕਹਿੰਦੇ ਗੋਬਰ ਕਰਤਾ, ਪੁਲ ਦੇ ਉੱਤੇ ਗੋਹਾ ਕਰਤਾ ਉੱਥੇ ਹੀ। ਤੇ ਜਿਹੜਾ ਖੱਤਰੀ ਕਹਿੰਦੇ ਟੈਕਸ ਲੈਂਦਾ ਸੀ ਨਾ, ਜਿਹੜਾ 1 ਰੁਪਈਆ ਵੀ ਨਹੀਂ ਮਾਫ ਕਰਦਾ ਸੀ, 1 ਆਨਾ ਵੀ ਨਹੀਂ ਮਾਫ ਕਰਦਾ ਸੀ, ਕਹਿੰਦੇ ਉਹ ਛੇਤੀ ਛੇਤੀ ਉੱਠਿਆ, ਆਪਦੇ ਤਖਤ ਤੋਂ ਆਪਦੀ ਕੁਰਸੀ ਤੋਂ ਉੱਠਿਆ। ਉਹ ਜਿਹੜਾ ਗਊ ਨੇ ਗੋਹਾ ਕੀਤਾ ਸੀ ਉਹਦਾ ਗੋਬਰ ਦਾ ਪੋਚਾ ਲਾਉਣ ਲੱਗ ਪਿਆ ਉੱਥੇ। ਇਹ ਮੰਨਦੇ ਨੇ ਜਦੋਂ ਗਊ ਕਹਿੰਦੇ ਗੋਬਰ ਕਰਦੀ ਹੈ, ਉਹਦਾ ਪੋਚਾ ਲਾ ਦਈਏ ਤੇ ਪਾਪ ਜਿਹੜੇ ਨੇ ਮਿਟ ਜਾਂਦੇ ਨੇ। ਉਹਨੇ ਚਿਰ ਨੂੰ ਗੁਰੂ ਨਾਨਕ ਦੇਵ ਜੀ ਵੀ ਆ ਗਏ, ਸਾਰੀ ਵਾਰਤਾਲਾਪ ਸੁਣੀ ਵੇਖੀ ਮਹਾਰਾਜ ਸਾਹਿਬ ਜੀ। ਫਿਰ ਮਹਾਰਾਜ ਸਾਹਿਬ ਜੀ ਉਹ ਪਖੰਡੀ ਖੱਤਰੀ ਦੀ ਬਾਬਤ, ਕਿਉਂਕਿ ਖੱਤਰੀ ਭਾਈ ਪਖੰਡੀ ਸੀ ਅਸਲ ਦੇ ਵਿੱਚ, ਸਰਕਾਰ ਨੂੰ ਵੀ ਧੋਖਾ ਦਿੰਦਾ ਸੀ ਤੇ ਆਪਦੇ ਧਰਮ ਨੂੰ ਵੀ ਧੋਖਾ ਦਿੰਦਾ ਸੀ। ਕਹਾਉਂਦਾ ਹਿੰਦੂ ਸੀ ਪਰ ਕੰਮ ਮੁਸਲਮਾਨਾਂ ਦੇ ਕਰਦਾ ਸੀ, ਕੰਮ ਹੀ ਮੁਸਲਮਾਨਾਂ ਵਾਲੇ ਕਰਦਾ ਸੀ। ਉਹ ਪਖੰਡੀ ਦੀ ਬਾਬਤ, ਉਹ ਖੱਤਰੀ ਦੀ ਬਾਬਤ ਸਤਿਗੁਰੂ ਗੁਰੂ ਨਾਨਕ ਦੇਵ ਜੀ ਸਾਰਿਆਂ ਨੂੰ ਉਪਦੇਸ਼ ਬਖਸ਼ਦੇ ਹਨ। ਗਊ ਬਿਰਾਹਮਣ ਕਾਉ ਕਰ ਲਾਵਹੁ, ਗੋਬਰ ਤਰਨ ਨਾ ਜਾਈ। ਸਤਿਗੁਰੂ ਜੀ ਕਹਿੰਦੇ ਕਿ ਇਹ ਖੱਤਰੀ, ਇੱਕ ਪਾਸੇ ਤੇ ਤੂੰ ਬਾਹਮਣ ਨੂੰ ਤੇ ਗਊ ਨੂੰ ਟੈਕਸ ਲਾਉਣਾ ਹੈ ਕਿ ਮੈਂ ਤੈਨੂੰ ਪੁਲ ਤੋਂ ਨਹੀਂ ਲੰਘਣ ਦੇਣਾ, ਪਹਿਲੋਂ ਮੈਨੂੰ ਪੈਸੇ ਦੇ, ਫਿਰ ਜਿੱਥੇ ਮਰਜ਼ੀ ਜਾ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਗੋਬਰ ਤਰਨ ਨਾ ਜਾਈ। ਜਦੋਂ ਗਊ ਨੇ ਗੋਬਰ ਕਰਤਾ, ਉੱਥੇ ਗੋਹਾ ਕਰਤਾ ਪੁਲ ਦੇ ਉੱਤੇ, ਤੂੰ ਉਹਦਾ ਪੋਚਾ ਲਾਉਣ ਲੱਗ ਪਿਆ। ਸਤਿਗੁਰੂ ਜੀ ਕਹਿੰਦੇ ਜੇ ਪੈਸੇ ਨਾਲ ਇੰਨਾ ਹੀ ਮੋਹ ਏ, ਫਿਰ ਗਊ ਦਾ ਗੋਬਰ ਕਿਵੇਂ ਪਵਿੱਤਰ ਹੋ ਗਿਆ। ਹਜੇ ਵੀ ਬੜਾ ਰੌਲਾ ਪਾਉਂਦੇ ਨੇ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕਿ ਗਊ ਮੂਤਰ ਹੈ ਬੜਾ ਸ਼ੁੱਧ ਹੈ, ਇਹਦੇ ਨਾਲ ਆਹ ਬਿਮਾਰੀ ਹਟਦੀ। ਇੰਨੇ 36 ਪ੍ਰਕਾਰ ਦੇ ਪਦਾਰਥ ਨੇ, ਉਹ ਨਹੀਂ ਦਿਸਦੇ ਕਿਸੇ ਨੂੰ, ਇਹੋ ਹੀ ਮਲ ਮੂੰਹ ਤੇ ਦਿਸਦਾ ਖਾਣ ਪੀਣ। ਮਹਾਰਾਜ ਸਾਹਿਬ ਜੀ ਨੇ ਵੀ ਇਹੀ ਉਪਦੇਸ਼ ਬਖਸ਼ਿਆ ਕਿ ਇਹ ਖੱਤਰੀ ਉੱਦਾਂ ਤੇ ਤੂੰ ਬਾਹਮਣ ਨੂੰ ਤੇ ਗਊ ਨੂੰ ਟੈਕਸ ਲਾਉਣਾ ਹੈ, ਤੇ ਜਦੋਂ ਗਊ ਨੇ ਗੋਬਰ ਕਰ ਦਿੱਤਾ ਉਹਦਾ ਪੋਚਾ ਲਾਉਣ ਲੱਗ ਪਿਆ। ਸਤਿਗੁਰੂ ਜੀ ਕਹਿੰਦੇ ਇਸ ਪ੍ਰਕਾਰ ਨਹੀਂ ਕਰਿਆ ਜਾਣਾ। ਧੋਤੀ ਟਿੱਕਾ ਤੈ ਜਪ ਮਾਲੀ, ਧਾਨ ਮਲੇਛਾਂ ਖਾਈ। ਮਹਾਰਾਜ ਸਾਹਿਬ ਕਹਿੰਦੇ ਤੁਸੀਂ ਧੋਤੀ ਵੀ ਬੰਨ੍ਹਦੇ, ਲੱਕ ਦੇ ਉੱਤੇ ਧੋਤੀ ਬੰਨ੍ਹਦੇ, ਤੁਸੀਂ ਮੱਥੇ ਦੇ ਉੱਤੇ ਟਿੱਕਾ ਲਾਉਂਦੇ ਹੋ, ਸਿੱਧਾ ਲਾਉਂਦੇ ਹੋ, ਵਿੰਗਾ ਲਾਉਂਦੇ ਹੋ, ਟੇਢਾ ਲਾਉਂਦੇ ਹੋ। ਜਪ ਮਾਲੀ ਕਹੀਏ ਤੇ ਗਲੇ ਦੇ ਵਿੱਚ ਜਪਣ ਵਾਲੀ ਮਾਲਾ ਪਾਈਏ। ਜਪ ਦੇ ਪਤਾ ਨਹੀਂ ਹੈ ਕਿ ਨਹੀਂ, ਪਰ ਗਲੇ ਦੇ ਵਿੱਚ ਪਾਈ ਤੁਸੀਂ।
ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉਣਾ ਜਾਣਾ। ਇੰਨੇ ਭੈੜੇ ਭੈੜੇ ਭੇਖ ਕਰ ਲਏ ਜਿਹੜੇ ਕਦੀ ਕਿਸੇ ਨੇ ਵੇਖੇ ਵੀ ਨਹੀਂ ਸੀ। ਮੱਥੇ ਦੇ ਉੱਤੇ ਤਿਲਕ ਲਾ ਲਿਆ ਚੌੜਾ, ਹੱਥ ਦੇ ਵਿੱਚ ਮਾਲਾ ਬੰਨ੍ਹ ਲਈ, ਬਾਣਾ ਪਾ ਲਿਆ, ਗਲਾਂ ਦੇ ਵਿੱਚ ਮਾਲਾ ਪਾ ਲਈ, ਪਰ ਜੱਪੀ ਨਹੀਂ। ਕਰਮਕਾਂਡ ਜੇ ਆਰੰਭ ਕਰਤੇ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਇਹ ਲੱਛਣ ਨੇ ਬਾਹਮਣਾਂ ਦੇ, ਪਰ ਅਸਲ ਦੇ ਵਿੱਚ ਤੁਸੀਂ ਧਾਨ ਮਲੇਛਾਂ ਖਾਈ। ਉਹ ਮੈਲੀ ਬਿਰਤੀ ਵਾਲੇ ਮਲੇਛਾਂ ਦਾ, ਤੁਰਕਣਿਆਂ ਦਾ ਧਾਨ ਖਾਂਦੇ। ਧਨ ਉਹਨਾਂ ਕੋਲੋਂ ਲੈਂਦੇ, ਬਹਿਲੋਲ ਲੋਧੀ ਹੋਣਾ ਤੇ ਸਰਕਾਰ ਦੇ ਕੋਲੋਂ ਤੁਸੀਂ ਧਨ ਲੈਂਦੇ ਤੇ ਆਪਣੇ ਆਪ ਨੂੰ ਪੋਚਾ ਫੇਰ ਕੇ ਕਹਿੰਦੇ ਅਸੀਂ ਪਵਿੱਤਰ ਹਾਂ। ਅੰਤਰ ਪੂਜਾ ਪੜ੍ਹੈ ਕਤੇਬਾ, ਸੰਜਮ ਤੁਰਕਾ ਭਾਈ। ਮਹਾਰਾਜ ਸਾਹਿਬ ਕਹਿੰਦੇ ਜਦੋਂ ਤੁਸੀਂ ਘਰੇ ਹੁੰਦੇ ਆਪਦੇ, ਡਿਊਟੀ ਤੋਂ ਆਉਣ ਤੋਂ ਪਹਿਲਾਂ ਅੰਦਰ ਬਹਿ ਕੇ ਠਾਕੁਰਾਂ ਦੀ ਪੂਜਾ ਕਰਦੇ ਹੋ। ਜਦੋਂ ਅੰਦਰ ਹੁੰਦੇ ਘਰੇ ਆਪਦੇ, ਜਦੋਂ ਤੁਹਾਨੂੰ ਕੋਈ ਨਹੀਂ ਵੇਖਦਾ ਸੰਸਾਰ ਦਾ ਜੀਵ, ਉਦੋਂ ਮਹਾਰਾਜ ਸਾਹਿਬ ਕਹਿੰਦੇ ਅੰਤਰ ਪੂਜਾ। ਉਦੋਂ ਅੰਦਰ ਬਹਿ ਕੇ ਘਰ ਦੇ ਪੂਜਾ ਕਰਦੇ ਹੋ ਠਾਕੁਰਾਂ ਦੀ। ਪੜ੍ਹੈ ਕਤੇਬਾ, ਜਦੋਂ ਬਾਹਰ ਆਉਂਦੇ ਹੋ, ਜਦੋਂ ਪਤਾ ਨੌਕਰੀ ਤੇ ਜਾਣਾ, ਤੇ ਨੌਕਰੀ ਵੀ ਕਰਨੀ ਮੁਸਲਮਾਨਾਂ ਦੀ, ਕਿਉਂਕਿ ਰਾਜ ਹੀ ਮੁਸਲਮਾਨਾਂ ਦਾ ਸੀ। ਮਹਾਰਾਜ ਸਾਹਿਬ ਕਹਿੰਦੇ ਪੜ੍ਹੈ ਕਤੇਬਾ। ਮੁਸਲਮਾਨ ਇਸਲਾਮ ਮਤ ਵਿੱਚ 4 ਕਿਤਾਬਾਂ ਇਹਨਾਂ ਦੀਆਂ ਪ੍ਰਮੁੱਖ ਮੰਨੀਆਂ ਨੇ, ਅੰਜੀਰ, ਤੌਰੇਤ, ਜੰਬੂਰ ਤੇ ਕੁਰਾਨ ਸ਼ਰੀਫ। ਇਹ ਇਹਨਾਂ ਦੀਆਂ 4-5 ਕਿਤਾਬਾਂ ਪ੍ਰਮੁੱਖ ਨੇ। ਮਹਾਰਾਜ ਸਾਹਿਬ ਕਹਿੰਦੇ ਕਿ ਤੁਸੀਂ ਇਹਨਾਂ ਮੁਸਲਮਾਨਾਂ ਦੇ ਸਾਹਮਣੇ ਕਿਤਾਬਾਂ ਪੜ੍ਹਦੇ ਹੋ, ਭਾਵ ਕਿ ਇਸਲਾਮ ਮਤ ਧਾਰਨ ਕਰਦੇ ਹੋ, ਕਿਉਂਕਿ ਬੇੜੀ ਤੇ ਸੰਗਤ ਜੀ ਇੱਕ ਹੀ ਹੁੰਦੀ ਤੇ ਇੱਕ ਦੇ ਵਿੱਚ ਹੀ ਚੜ੍ਹਿਆ ਜਾਂਦਾ। ਜੇ ਕੋਈ 2 ਦੇ ਵਿੱਚ ਚੜ੍ਹਨ ਲੱਗਦਾ, ਅੱਬਲ ਤੇ ਪਹਿਲੋਂ ਡਿੱਗ ਪੈਂਦਾ, ਨਹੀਂ ਤੇ ਵਿੱਚ ਵਿਚਾਲੇ ਦਫਾੜ ਹੋ ਕੇ ਥੱਲੇ ਡਿੱਗ ਪੈਂਦਾ, ਦਰਿਆ ਵਿੱਚ ਡੁੱਬ ਜਾਂਦਾ। ਬੇੜੀ ਚਾਹੀਦੀ ਇੱਕ, ਜਿੱਧਰ ਮਰਜ਼ੀ ਲੈ ਜੇ, ਭਾਵੇਂ ਡੋਬਦੇ ਤੇ ਭਾਵੇਂ ਤਾਰਦੇ, ਉਹ ਜੀਵ ਦੇ ਆਪਦੇ ਵੱਸ, ਪਰ ਬੇੜੀ ਇੱਕ ਚਾਹੀਦੀ। ਮਹਾਰਾਜ ਸਾਹਿਬ ਜੀ ਕਹਿੰਦੇ ਪੰਡਤੋ, ਬਾਹਮਣੋ, ਖੱਤਰੀਓ, ਇੱਕ ਪਾਸੇ ਤੇ ਤੁਸੀਂ ਘਰਾਂ ਦੇ ਅੰਦਰ ਬਹਿ ਕੇ ਠਾਕੁਰਾਂ ਦੀ ਪੂਜਾ ਕੀਤੀ, ਤੇ ਜਦੋਂ ਪੈਸੇ ਕਮਾਉਣ ਦਾ ਟਾਈਮ ਆਇਆ, ਮਹਾਰਾਜ ਸਾਹਿਬ ਕਹਿੰਦੇ ਉਦੋਂ ਤੁਸੀਂ ਮੁਸਲਮਾਨ ਬਣ ਗਏ। ਸੰਜਮ ਤੁਰਕਾ ਭਾਈ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਤੁਹਾਡੇ ਤਰੀਕੇ ਨੇ ਨਾ, ਇਹ ਕੋਈ ਬਹੁਤੇ ਸਿੱਧੇ ਨਹੀਂ। ਛੋਡੀ ਲੈ ਪਾਖੰਡਾ। ਸਤਿਗੁਰੂ ਜੀ ਕਹਿੰਦੇ ਉਹ ਪੰਡਤੋ, ਖੱਤਰੀਓ, ਆ ਪਖੰਡ ਛੱਡ ਕਿਉਂ ਨਹੀਂ ਦਿੰਦੇ? ਨਾਮ ਲਿਆ ਜਾਹਿ ਤਰੰਦਾ। ਮਹਾਰਾਜ ਸਾਹਿਬ ਕਹਿੰਦੇ ਇਹ ਖੱਤਰੀ, ਜੇ ਤੂੰ ਤਰਨਾ ਹੀ ਸੰਸਾਰ ਸਮੁੰਦਰ ਤੋਂ, ਤੇ ਨਾਮ ਕਿਉਂ ਨਹੀਂ ਜਪਦਾ? ਨਾਮ ਲੈਣਾ ਉਸ ਵਾਹਿਗੁਰੂ ਦਾ। ਗਾਂ ਦੇ ਗੋਹੇ ਦਾ ਪੋਚਾ ਫੇਰਨ ਦੇ ਨਾਲ ਕਿੱਥੋਂ ਤਰ ਜਾਏਗਾ ਤੂੰ? ਗਾਂ ਤੇ ਆਪ ਜੂਨਾਂ ਦੇ ਵਿੱਚ ਭੜਕੀ ਫਿਰਦੀ ਹੈ, ਜੇ ਉਹਦੇ ਗੋਹੇ ਦਾ ਪੋਚਾ ਫੇਰਨ ਦੇ ਨਾਲ ਨਹੀਂ ਕੁਝ ਹੋਣਾ। ਨਾ ਕੁਝ ਧੋਤੀ ਬੰਨੀ ਦਾ ਫਾਇਦਾ, ਨਾ ਟਿੱਕਾ ਲਾਏ ਦਾ ਫਾਇਦਾ, ਨਾ ਮਾਲਾ ਗਲ ਚ ਪਾਈ ਦਾ ਫਾਇਦਾ, ਜਦੋਂ ਜਪਣੀ ਨਹੀਂ। ਤੇ ਧਾਨ ਮਲੇਛਾਂ ਦਾ ਖਾਣਾ, ਮੈਲੀ ਬਿਰਤੀ ਵਾਲਿਆਂ ਦਾ, ਤੇ ਪੂਜਾ ਕਰਨੀ ਠਾਕੁਰਾਂ ਦੀ ਅੰਦਰ ਬਹਿ ਕੇ, ਤੇ ਜਦੋਂ ਬਾਹਰ ਆਉਣਾ ਤੇ ਉਦੋਂ ਸਰਕਾਰ ਦੇ ਚੇਲੇ ਚਾਟੜੇ ਬਣ ਜਾਣਾ, ਮੁਸਲਮਾਨ ਬਣ ਜਾਣਾ, ਆਪਦਾ ਧਰਮ ਹੀ ਬਦਲ ਲੈਣਾ ਮਿੰਟੋ ਮਿੰਟ। ਮਹਾਰਾਜ ਸਾਹਿਬ ਕਹਿੰਦੇ ਸਾਰਾ ਪਖੰਡ ਛੱਡ ਕਿਉਂ ਨਹੀਂ ਦਿੰਦੇ ਤੁਸੀਂ? ਤੁਹਾਨੂੰ ਨਹੀਂ ਪਤਾ ਬਿਨ ਹਰ ਭਜਨ ਨਹੀਂ ਛੁਟਕਾਰਾ? ਬਿਨਾਂ ਭਜਨ ਤੋਂ ਤੇ ਕਿਤੇ ਛੁਟਕਾਰਾ ਨਹੀਂ ਹੈ। ਮਹੱਲਾ ਪਹਿਲਾ। ਮਾਨਸ ਖਾਣੇ ਕਰਹਿ ਨਿਵਾਜ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿਹੜੇ ਮਾਨਸ ਖਾਣੇ, ਮਨੁੱਖ ਮਾਸ ਖਾਂਦੇ ਨੇ ਨਾ, ਮਾਸ, ਸਤਿਗੁਰੂ ਜੀ ਕਹਿੰਦੇ ਖੱਤਰੀਓ ਤੁਸੀਂ ਉਹਨਾਂ ਦੇ ਘਰੇ ਜਾ ਕੇ ਪਹਿਲੋਂ ਤੇ ਉਹਨਾਂ ਨੂੰ ਨਮਸਕਾਰ ਕਰਦੇ ਹੋ, ਡੰਡੌਤ ਬੰਦਨਾ ਕਰਦੇ ਹੋ, ਫਿਰ ਕਾਜੀ ਨੂੰ ਬੁਲਾਉਂਦੇ ਹੋ, ਜਾਂ ਆਪਦੇ ਘਰੇ ਮਾਸ ਤਿਆਰ ਜਦੋਂ ਕਰਦੇ ਹੋ ਉਦੋਂ ਕਾਜੀ ਨੂੰ ਬੁਲਾ ਕੇ ਕਹਿੰਦੇ ਨਿਵਾਜ ਪੜ੍ਹਦੇ ਆ। ਉਦੋਂ ਛੁਰੀ ਵਗਾਇਨ ਤਿੰਨ ਗਲ ਤਾਗ। ਮਹਾਰਾਜ ਸਾਹਿਬ ਕਹਿੰਦੇ ਕਿ ਉਹ ਮਾਨਸ ਖਾਣੇ, ਜਿਹੜੇ ਮਾਨਸ ਖਾਣ ਵਾਲੇ ਮੁਸਲਮਾਨ ਹਨ, ਮੁਸਲੇ ਹਨ, ਜਿਹੜੇ ਇਸਲਾਮ ਧਰਮ ਦੇ ਵਿੱਚ ਵੀ ਪੂਰੇ ਪੱਕੇ ਨਹੀਂ, ਸਰਕਾਰੀ ਟੌਟ ਹਨ, ਮਹਾਰਾਜ ਸਾਹਿਬ ਜੀ ਕਹਿੰਦੇ ਕਰੈ ਨਿਵਾਜ। ਉਹਨਾਂ ਸਾਹਮਣੇ ਤੁਸੀਂ ਨਿਵਾਜ ਪੜ੍ਹਦੇ ਹੋ।
ਛੁਰੀ ਵਗਾਇਨ ਤਿੰਨ ਗਲ ਤਾਗ। ਤੇ ਛੁਰੀ ਵਗਾਉਂਦੇ ਹੋ, ਗਰੀਬਾਂ ਦੀ ਹੱਤਿਆ ਕਰਦੇ ਹੋ। ਤੁਹਾਡੇ ਹੱਥ ਵਿੱਚ ਕਲਮ ਹੈ, ਜਿਹਨੂੰ ਮਰਜ਼ੀ ਚਾਹੋ ਡੇਗ ਦੋ ਤੇ ਜਿਹਨੂੰ ਮਰਜ਼ੀ ਚਾਹੋ ਚੜਾ ਦੋ। ਜਿਵੇਂ ਅੱਜ ਕੱਲ੍ਹ ਦੀ ਸਰਕਾਰ ਕਰਦੀ ਭਾਈ, ਜਿਹਦੇ ਮਰਜ਼ੀ ਪੁੱਤ ਨੂੰ ਫੜ ਕੇ ਲੈ ਜਾਂਦੀ, ਜਿਹਦੇ ਮਰਜ਼ੀ ਪੁੱਤ ਨੂੰ ਛੱਡ ਦਿੰਦੀ ਹੈ। ਆਪਦੇ ਅਸੂਲ ਜੇ ਕਾਇਮ ਕੀਤੇ ਨੇ ਨਾ। ਉਦੋਂ ਵੀ ਸਮਾਂ ਇਹੋ ਜਿਹਾ ਹੀ ਸੀ। ਮਹਾਰਾਜ ਸਾਹਿਬ ਕਹਿੰਦੇ ਛੁਰੀ ਵਗਾਇਣ, ਉਹ ਮੁਸਲਮਾਨਾਂ ਦੀ ਖਾਤਰ, ਉਹਨਾਂ ਨੂੰ ਮਾਂਸ ਖਵਾਉਣ ਦੀ ਖਾਤਰ ਤੁਸੀਂ ਛੁਰੀ ਚਲਾਉਂਦੇ ਹੋ। ਜੀਵਾਂ ਨੂੰ ਨਾ ਕੋਹ ਕੇ ਮਾਰਦੇ ਨੇ, ਇੱਥੋਂ ਸਾਹ ਰਗ ਥੋੜ੍ਹੀ ਜਿਹੀ ਵੱਢ ਦਿੰਦੇ ਨੇ ਕਿ ਜਿਹੜਾ ਜੀਵ ਹੌਲੀ ਹੌਲੀ ਤੜਫ ਤੜਫ ਕੇ ਮਰੇ। ਇੰਨਾ ਜ਼ਿਆਦਾ ਪਾਪ ਕਮਾਉਂਦੇ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਤੁਸੀਂ ਤੇ ਹਿੰਦੂ ਵੀ ਪੱਕੇ ਨਹੀਂ ਰਹੇ। ਖੱਤਰੀਆ ਦਾ ਧਰਮ ਛੋੜਿਆ, ਮਲੇਛ ਭਾਖਿਆ ਗਏ। ਮਲੇਛਾਂ ਵਾਲੀ ਮੈਲੀ ਬਿਰਤੀ ਵਾਲਿਆਂ ਦੀ ਬੋਲੀ ਫੜ ਲਈ ਤੁਸੀਂ। ਛੁਰੀ ਵਗਾਇਣ, ਛੁਰੀ ਵਗਾਉਣ ਲੱਗ ਪਏ, ਗਰੀਬਾਂ ਦੀ ਹੱਤਿਆ ਕਰਨ ਲੱਗ ਪਏ, ਹਿੰਸਕ ਬਣ ਗਏ। ਅਹਿੰਸਾ ਨਹੀਂ ਧਾਰਨ ਕੀਤੀ, ਹਿੰਸਕ ਬਣ ਗਏ, ਜੀਵਨ ਖਰਾਬ ਕਰ ਲਿਆ। ਕੀਤਾ ਕਿਹਨਾਂ ਨੇ? ਤਿੰਨ ਗਲ ਤਾਗ, ਜਿਨ੍ਹਾਂ ਨੇ ਗਲੇ ਦੇ ਵਿੱਚ ਜਨੇਊ ਪਾਏ ਸੀ। ਕਹਿੰਦੇ ਬੜੇ ਕੱਟੜ ਹਿੰਦੂ ਅਸੀਂ, ਸਾਡੇ ਵਰਗਾ ਕੋਈ ਹਿੰਦੂ ਹੀ ਨਹੀਂ, ਬੜੇ ਤਕੜੇ ਬ੍ਰਾਹਮਣ ਹਾਂ ਅਸੀਂ, ਵੇਦਾਂ ਦੇ ਸ਼ਾਸਤਰਾਂ ਦੇ ਪਾਠੀ ਹਾਂ, ਪੁਰਾਣਾਂ ਦੇ ਪਾਠੀ ਹਾਂ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਤੁਸੀਂ ਤੇ ਉਹ ਮਾਸ ਖਾਣ ਵਾਲਿਆਂ ਦੇ ਕਰਕੇ ਨਵਾਜ਼ ਵੀ ਪੜ੍ਹਨ ਲੱਗ ਪਏ ਤੇ ਉਹਨਾਂ ਦੇ ਵਾਸਤੇ ਛੁਰੀ ਵੀ ਚਲਾਉਣ ਲੱਗ ਪਏ। ਤਿੰਨ ਘਰ ਬ੍ਰਾਹਮਣ ਪੂਰਹਿ ਨਾਦ। ਮਹਾਰਾਜ ਸਾਹਿਬ ਜੀ ਪ੍ਰਮਾਣ ਕਰਦੇ ਨੇ ਕਿ ਜਦੋਂ ਉਹ ਖੱਤਰੀਆਂ ਨੇ ਇੱਕ ਵਾਰੀ ਤੇ ਮੁਸਲਮਾਨਾਂ ਨੂੰ ਪੂਜ ਲਿਆ, ਉਹਨਾਂ ਦੇ ਵਾਸਤੇ ਮਾਸ ਤਿਆਰ ਕਰਵਾਤਾ, ਸਾਰਾ ਕੁਝ ਕਰ ਲਿਆ। ਪਰ ਜਦੋਂ ਇਹ ਆਪਦਾ ਧਰਮ ਨਿਭਾਉਂਦੇ ਨੇ ਨਾ ਖੱਤਰੀ, ਤਿੰਨ ਘਰ ਬ੍ਰਾਹਮਣ, ਉਹਨਾਂ ਦੇ ਘਰੇ ਜਦੋਂ ਬ੍ਰਾਹਮਣ ਆਉਂਦੇ ਨੇ, ਬ੍ਰਹਮ ਭੋਜ ਰੱਖਦੇ ਨੇ। ਇਹ ਖੱਤਰੀਆਂ ਦੇ ਵਿੱਚ ਰੀਤ ਰਹੀ ਸ਼ੁਰੂ ਤੋਂ, ਇਹ ਬ੍ਰਾਹਮਣਾਂ ਨੂੰ ਬੜਾ ਜ਼ਿਆਦਾ ਮੰਨਦੇ ਨੇ, ਬੜਾ ਜ਼ਿਆਦਾ ਇਹਨਾਂ ਨੂੰ ਪੂਜਦੇ ਨੇ ਬ੍ਰਾਹਮਣਾਂ ਨੂੰ। ਕੋਈ ਵੀ ਚੀਜ਼ ਹੋਵੇ, ਜਿਵੇਂ ਆਪਾਂ ਮਹਾਰਾਜ ਸਾਹਿਬ ਦੀ ਅੱਗੇ ਅਰਦਾਸ ਕਰਦੇ ਨਾ, ਇਹਨਾਂ ਨੇ ਬ੍ਰਾਹਮਣਾਂ ਦੇ ਅੱਗੇ ਅਰਦਾਸ ਕਰਾਉਣੀ। ਇਹ ਖੱਤਰੀਆਂ ਦਾ, ਹਿੰਦੂ ਮਤ ਦਾ ਸ਼ੁਰੂ ਤੋਂ ਹੀ ਧਰਮ ਰਿਹਾ ਇਹੋ ਜਿਹਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਖੱਤਰੀਓ, ਤੁਸੀਂ ਇੰਨਾ ਛੁਰੀ ਵਗਾਈ, ਇੰਨਾ ਪਾਪ ਕਮਾਇਆ, ਫਿਰ ਜਦੋਂ ਬ੍ਰਾਹਮਣਾਂ ਨੂੰ ਘਰੇ ਸੱਦ ਕੇ ਭੋਜਨ ਖਵਾਇਆ, ਉਹਨਾਂ ਭੇ ਆਵਹਿ ਓਈ ਸਾਧ। ਬ੍ਰਾਹਮਣਾਂ ਨੇ ਬੜੇ ਖੁਸ਼ ਹੋ ਗਏ ਜਦੋਂ ਭੋਜਨ ਖਾਣ ਲੱਗੇ ਨਾ। ਪਹਿਲਾਂ ਨਾਦ ਵਜਾਏ, ਸੰਖ ਪੂਰੇ ਕਿ ਸਾਨੂੰ ਗੁਰਮੁਖ ਪਿਆਰੇ ਨੇ ਘਰੇ ਸੱਦਿਆ ਏ, ਰੱਬ ਦੀ ਰੂਹ ਏ, ਇਹਦਾ ਸਤਿਕਾਰ ਕਰੀਏ। ਉਹਨਾਂ ਨੇ ਭੋਜਨ ਛਕਣ ਤੋਂ ਪਹਿਲਾਂ ਸੰਖ ਪੂਰਿਆ, ਬੜੇ ਨਾਦ ਵਜਾਏ। ਪਰ ਮਹਾਰਾਜ ਸਾਹਿਬ ਜੀ ਕਹਿੰਦੇ ਉਹਨਾਂ ਭੇ ਆਵਹਿ ਓਈ ਸਾਧ, ਕਿਉਂਕਿ ਸੰਗਤ ਜੀ ਜੈਸਾ ਅੰਨ ਵੈਸਾ ਮਨ ਹੋਵੇਗਾ। ਜਦੋਂ ਅੰਨ ਹੀ ਮਲੀਨ ਹੋਵੇਗਾ, ਅੰਨ ਦੇ ਉੱਤੇ ਬਾਣੀ ਨਾ ਪੜ੍ਹੀ ਜਾਵੇਗੀ। ਜਦੋਂ ਮਾਈਆਂ ਪ੍ਰਸ਼ਾਦਾ ਤਿਆਰ ਕਰਦੀਆਂ ਨੇ, ਜੇ ਪ੍ਰਸ਼ਾਦਾ ਹੀ ਭਾਈ ਲੜਕੇ ਤਿਆਰ ਕਰਨਗੀਆਂ ਤੇ ਫਿਰ ਪ੍ਰਸ਼ਾਦੇ ਦੇ ਵਿੱਚ ਵੀ ਤੇ ਉਹੀ ਸਵਾਦ ਆਵੇਗਾ। ਫਿਰ ਸਵਾਦ ਕਿਵੇਂ ਬਦਲ ਜਾਵੇਗਾ? ਹੁਣ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਦੇ ਨੇ, ਸਰਬਲੋ ਦਾ ਬਾਟਾ, ਸਰਬਲੋ ਦਾ ਖੰਡਾ, ਵਿੱਚ ਉਹਦੇ ਜਲ ਪਤਾਸੇ ਨੇ। ਪਰ ਅੰਮ੍ਰਿਤ ਕਦੋਂ ਕਹਿੰਦੇ ਨੇ? ਜਦੋਂ ਗੁਰਬਾਣੀ ਪੜ੍ਹੀ ਜਾਂਦੀ ਉੱਤੇ। ਜੈਸਾ ਅੰਨ ਹੈ ਵੈਸਾ ਮਨ ਹੋ ਜਾਵੇਗਾ। ਇੰਨੇ ਅੰਮ੍ਰਿਤ ਸਰੂਪ ਗੁਰਬਾਣੀ ਪੰਜ ਪਿਆਰੇ ਸਿੰਘ ਸਾਹਿਬਾਨ ਤਿਆਰ ਕਰਦੇ ਨੇ, ਅੰਮ੍ਰਿਤ ਦਾ ਬਾਟਾ ਤਿਆਰ ਹੋ ਜਾਂਦਾ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਮੁਸਲਮਾਨ ਨੇ, ਉਹਨਾਂ ਦੀ ਸੰਗਤ ਕਰਨ ਵਾਲੇ ਹਿੰਦੂ ਨੇ, ਜਦੋਂ ਉਹਨਾਂ ਨੇ ਆਪਦੇ ਘਰੇ ਬਾਹਮਣ ਸੱਦੇ, ਉਹਨਾਂ ਨੂੰ ਭੋਜਨ ਖਵਾਇਆ, ਬਾਹਮਣਾਂ ਨੇ ਬੜੇ ਸਤਿਕਾਰ ਦੇ ਨਾਲ ਕਿ ਸਾਨੂੰ ਇਹਨਾਂ ਸੱਦਿਆ, ਉਹਨਾਂ ਨਾਦ ਪੂਰੇ। ਸਤਿਗੁਰੂ ਜੀ ਕਹਿੰਦੇ ਉਹਨਾਂ ਭੇ ਆਵਹਿ ਓਈ ਸਾਧ। ਉਹਨਾਂ ਨੂੰ ਵੀ ਮੁਸਲਮਾਨਾਂ ਵਾਲਾ ਸਵਾਦ ਆਉਂਦਾ, ਮਲੇਛਾਂ ਵਾਲਾ। ਇਹ ਨਹੀਂ ਕਿ ਫਿਰ ਰੱਬ ਦੀ ਬਿਰਤੀ ਜੁੜੂਗੀ ਉਹਨਾਂ ਦੇ ਨਾਲ, ਉਹਨਾਂ ਦੀ ਬਿਰਤੀ ਵੀ ਟੁੱਟ ਜਾਂਦੀ ਹੈ। ਤਾਈਓ ਤੇ ਜਿਹੜੇ ਸੰਤ ਮਹਾਂਪੁਰਖ ਨੇ ਛੇਤੀ ਕੀਤਿਆਂ ਕਿਸੇ ਦੇ ਘਰੋਂ ਪ੍ਰਸ਼ਾਦਾ ਨਹੀਂ ਛਕਦੇ। ਕੀ ਪਤਾ ਕਿਹੋ ਜਿਹਾ ਇਹਨਾਂ ਦਾ ਕਰੈਕਟਰ, ਕਰਤੱਵ, ਆਚਾਰ, ਕਿਵੇਂ ਘਰਾਂ ਦੇ ਵਿੱਚ ਵਿਚਰਦੇ ਨੇ। ਇਸ ਕਰਕੇ ਜਦੋਂ ਵੀ ਪ੍ਰਸ਼ਾਦਾ ਪਕਾਉਣਾ ਛਕਾਉਣਾ ਹੈ, ਨਾਮ ਬਾਣੀ ਪੜ੍ਹ ਸੁਣ ਕੇ ਪਕਾਉਣਾ ਛਕਾਉਣਾ ਹੈ ਭਾਈ। ਇਹਦੇ ਵਿੱਚ ਹੀ ਲਾਭ ਹੈ। ਵੇਖ ਲਓ ਹੁਣ ਮਹਾਰਾਜ ਸਾਹਿਬ ਜੀ ਨੇ ਪ੍ਰਤਾਖੀ ਕਹਿ ਦਿੱਤਾ ਕਿ ਉਹੋ ਜਿਹਾ ਹੀ ਸਵਾਦ ਆਊ ਜਿਹੋ ਜਿਹਾ ਫਿਰ ਬਣਾਇਆ। ਜਦੋਂ ਮਾਈਆਂ ਨੇ ਪ੍ਰਸ਼ਾਦਾ ਹੀ ਲੜ ਕੇ ਬਣਾਇਆ,
ਕਿਸੇ ਨੂੰ ਮਾੜਾ ਕਹਿਤਾ, ਕਿਸੇ ਦੀ ਨਿੰਦਿਆ ਕਰ ਲਈ, ਇੱਕ ਪਾਸੇ ਪ੍ਰਸ਼ਾਦਾ ਲਾਤਾ, ਇੱਕ ਪਾਸੇ ਇੱਕ ਦੀ ਨਿੰਦਿਆ ਕਰ ਲਈ, ਫਿਰ ਦੂਜੀ ਬੀਬੀ ਫੜ ਲਈ। ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਸਵਾਦ ਵੀ ਉਹੋ ਜਿਹਾ ਹੀ ਆਉਣਾ, ਧੀਆਂ ਪੁੱਤਰ ਵੀ ਗਾਂ ਉਹੋ ਜਿਹੇ ਪੈਦਾ ਹੋਣੇ ਨੇ। ਕਿਤੇ ਇਹ ਨਾ ਸੋਚਿਓ ਕਿ ਸਾਡੇ ਘਰੇ ਬ੍ਰਹਮ ਗਿਆਨੀ ਪੈਦਾ ਹੋ ਜੂਗੇ, ਧੀਆਂ ਪੁੱਤਰ ਵੀ ਗਾਂ ਉਹੋ ਜਿਹੇ ਪੈਦਾ ਹੋਣਗੇ। ਜਿਹੋ ਜਿਹਾ ਅੰਨ ਹੋਵੇਗਾ ਫਿਰ ਮਨ ਵੀ ਉਹੋ ਜਿਹਾ ਹੋ ਜਾਂਦਾ। ਗ੍ਰਸਤੀ ਜੀਵਨ ਹੈ, ਫਿਰ ਮਨ ਦੇ ਹਿਸਾਬ ਨਾਲ ਹੀ ਭਾਈ ਮਹਾਰਾਜ ਪਰਮੇਸ਼ਰ ਕਿਰਪਾ ਕਰਦੇ ਨੇ। ਜਦੋਂ ਔਲਾਦ ਦੀ ਦਾਤ ਬਖਸ਼ਦਾ ਨਾ ਪਰਮੇਸ਼ਰ, ਜਿਹੋ ਜਿਹਾ ਇਸਤਰੀ ਦਾ ਮਨ ਹੋਵੇਗਾ ਬੱਚੇ ਦੀ ਮਾਂ ਦਾ, ਉਹੋ ਜਿਹਾ ਫਿਰ ਬੱਚੇ ਦਾ ਹੂ ਬਹੂ ਬਾਣੀ ਜਾਂਦਾ। ਜੇ ਮਾਂ ਬਾਣੀ ਪੜ੍ਹੇਗੀ ਤੇ ਬਾਣੀ ਵਾਲਾ ਹੋ ਜਾਵੇਗਾ। ਜੇ ਮਾਂ ਰਸਕਸ ਖਾਵੇਗੀ, ਬਰਗਰ ਪੀਜ਼ਿਆਂ ਵੱਲ ਧਿਆਨ ਰੱਖੇਗੀ, ਫਿਰ ਕਹਿੰਦੇ ਧਿਆਨ ਹੀ ਬੱਚੇ ਦਾ ਉੱਧਰ ਰਹੇਗਾ। ਭੜੋਲੇ ਵਰਗਾ ਸਰੀਰ ਹੋ ਜਾਂਦਾ ਬੱਚੇ ਦਾ ਵੱਡਾ, ਕਹਿੰਦੇ ਮੋਟਾ ਬਣ ਕਿਵੇਂ ਹੋ ਗਿਆ। ਉਦੋਂ ਸੋਚਣਾ ਸੀ ਭਾਈ ਜਦੋਂ ਬੱਚਾ ਗਰਭ ਦੇ ਅੰਦਰ ਸੀ। ਸਾਰੀਆਂ ਧਿਆਨ ਰੱਖਣ ਜੋ ਗੱਲਾਂ ਨੇ, ਜਿਹੜੀਆਂ ਬੀਬੀਆਂ ਬਹੁਤੇ ਨਾਟਕ ਵੇਖਦੀਆਂ ਨੇ ਕਿ ਆਓ ਹੋ ਗਿਆ, ਜਾਓ ਹੋ ਗਿਆ, ਉਹਨੂੰ ਘਾਟਾ ਪੈ ਗਿਆ ਟੀਵੀ ਦੇ ਵਿੱਚ, ਕੂੜ ਪ੍ਰਚਾਰ ਵੇਖਦੀਆਂ ਨੇ। ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਮਨ ਵੀ ਉਹੋ ਜਿਹਾ ਹੋ ਜਾਂਦਾ। ਫਿਰ ਗੁਰੂ ਕੇ ਗ੍ਰੰਥੀ ਸਿੰਘ ਕੋ ਆ ਕੇ ਬੇਨਤੀਆਂ ਕਰਦੀਆਂ ਨੇ, ਸਾਰੇ ਕਰਦੇ ਨੇ ਤਕਰੀਬਨ ਕਿ ਬਾਬਾ ਜੀ ਮਨ ਨਹੀਂ ਟਿਕਦਾ, ਕੀ ਕਰੀਏ, ਗੁਰੂ ਘਰ ਆਉਣਾ ਹੁੰਦਾ, ਰਾਤ ਨੂੰ ਨੀਂਦ ਹੀ ਨਹੀਂ ਆਉਂਦੀ। ਨੀਂਦ ਭਾਈ ਕਿੱਥੋਂ ਆ ਜਾਵੇਗੀ? 10 ਵਜੇ ਤੇ ਨਾਟਕ ਆਉਂਦਾ ਏ ਉਹ ਕਲਯੁਗੀ, ਉਹਨੂੰ ਵੇਖ ਕੇ ਸੌਣਾ, ਫਿਰ ਅੰਮ੍ਰਿਤ ਵੇਲੇ ਨੀਂਦ ਕਿਵੇਂ ਆ ਜਾਵੇ? ਥੋੜਾ ਖਾਣਾ, ਥੋੜਾ ਸੌਣਾ, ਇਹ ਗੁਰਮੁਖਾਂ ਦੇ ਲੱਛਣ ਨੇ, ਫਿਰ ਕਿੱਥੋਂ ਆ ਜਾਣਗੇ? ਥੋੜਾ ਬੋਲਣਾ, ਇਹ ਸ਼ੁਭ ਲੱਛਣ ਮਹਾਰਾਜ ਸਾਹਿਬ ਜੀ ਕਹਿੰਦੇ ਕਿਵੇਂ ਆ ਜੂਗੇ ਜਦੋਂ ਅੰਨ ਹੀ ਨਹੀਂ ਪਵਿੱਤਰ, ਅੰਨ ਦੇ ਵਿੱਚ ਸ਼ਕਤੀ ਨਹੀਂ ਪੈਦਾ ਕੀਤੀ। ਜਦੋਂ ਅੰਨ ਤਿਆਰ ਕਰੀਦਾ ਉਹਦੇ ਵਿੱਚ ਸ਼ਕਤੀ ਪੈਦਾ ਹੋ ਜਾਂਦੀ ਹੈ। ਜਿਹੋ ਜਿਹਾ ਬੋਲਾਂਗੇ ਫਿਰ ਅੰਨ ਦਾ ਸਵਾਦ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਉਹੋ ਜਿਹਾ ਆਵੇਗਾ। ਕੂੜੀ ਰਾਸ ਕੂੜਾ ਵਾਪਾਰ। ਸਤਿਗੁਰੂ ਜੀ ਕਹਿੰਦੇ ਖੱਤਰੀਓ, ਤੁਹਾਡੀ ਜਿਹੜੀ ਉਪਜੀਵਕਾ ਹੈ, ਜਿਹੜੀ ਤੁਹਾਡੀ ਕਮਾਈ ਝੂਠੀ ਹੈ, ਕਿਉਂਕਿ ਤੁਸੀਂ ਤੇ ਆਪਦਾ ਧਰਮ ਭ੍ਰਿਸ਼ਟ ਕਰ ਲਿਆ। ਮਲੇਛਾਂ ਦੇ ਘਰੇ ਜਾ ਕੇ ਕਮਾਈ ਕਰਨ ਲੱਗ ਪਏ, ਉਹਨਾਂ ਨੂੰ ਛੁਰੀਆਂ ਵਗਾ ਵਗਾ ਕੇ ਹਲਾਲ ਕਰਕੇ ਖਵਾਉਣ ਲੱਗ ਪਏ ਉਹਨਾਂ ਨੂੰ ਆਪਦੇ ਹੱਥੀਂ। ਹੁਣ ਕੋਈ ਅੰਮ੍ਰਿਤਧਾਰੀ ਗੁਰਸਿੱਖ ਹੋਵੇ ਤੇ ਕਿਸੇ ਮੀਟ ਸ਼ਰਾਬ ਕਰਨ ਵਾਲੇ ਦੇ ਘਰੇ ਕੰਮ ਕਰਦਾ ਹੋਵੇ ਤੇ ਉਹਨੂੰ ਮੀਟ ਸ਼ਰਾਬ ਬਣਾ ਕੇ ਦਿੰਦਾ ਹੋਵੇ, ਕਿੰਨੀ ਭਾਈ ਮਾੜੀ ਗੱਲ ਹੈ। ਇਸੇ ਪ੍ਰਕਾਰ ਹੀ ਮਹਾਰਾਜ ਸਾਹਿਬ ਜੀ ਇਹਨਾਂ ਖੱਤਰੀਆਂ ਨੂੰ ਆਂਦੇ ਨੇ ਤੁਹਾਡੀ ਜਿਹੜੀ ਉਪਜੀਵਕਾ ਵੀ ਝੂਠੀ ਏ, ਤੇ ਜਿਹੜਾ ਤੁਸੀਂ ਇਹਨਾਂ ਵਪਾਰ ਕੀਤਾ ਉਹ ਵੀ ਝੂਠਾ ਏ। ਕੂੜ ਬੋਲ ਕਰਹਿ ਆਹਾਰ। ਸਤਿਗੁਰੂ ਜੀ ਕਹਿੰਦੇ ਕੂੜ ਬੋਲ ਕੇ, ਝੂਠ ਬੋਲ ਬੋਲ ਕੇ ਤੁਸੀਂ ਆਹਾਰ ਕਮਾਇਆ। ਜਿੰਨਾ ਭੋਜਨ ਖਾਧਾ ਝੂਠਾ ਖਾਧਾ, ਸੱਚਾ ਭੋਜਨ ਨਹੀਂ ਇਹਨੂੰ ਕਹਿ ਸਕਦੇ ਆਪਾਂ। ਜਦੋਂ ਇੰਨਾ ਝੂਠ ਕਮਾਤਾ, ਪ੍ਰਸ਼ਾਦ ਪਕਾਉਂਦੇ ਵੇਲੇ, ਪ੍ਰਸ਼ਾਦੇ ਲਾਉਂਦੇ ਵੇਲੇ ਇੰਨਾ ਜ਼ਿਆਦਾ ਨਿੰਦਿਆ ਚੁਗਲੀ ਕੀਤੀ, ਇੰਨਾ ਜ਼ਿਆਦਾ ਝੂਠ ਬੋਲਿਆ, ਕਿਸੇ ਨੂੰ ਨਹੀਂ ਛੱਡਿਆ, ਨਾ ਰੱਬ ਨੂੰ ਹੀ ਛੱਡਿਆ ਤੇ ਨਾ ਰੱਬ ਦੇ ਭਗਤਾਂ ਨੂੰ ਛੱਡਿਆ। ਸਾਰਿਆਂ ਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਨਿੰਦੀ ਗਏ। ਕੂੜ ਬੋਲ, ਇੰਨੇ ਝੂਠੇ ਬੋਲ ਬੋਲੇ, ਫਿਰ ਕਹਿੰਦੇ ਝੂਠਾ ਹੀ ਭੋਜਨ ਬਣ ਗਿਆ। ਸ਼ਰਮ ਧਰਮ ਕਾ ਡੇਰਾ ਦੂਰ। ਸਤਿਗੁਰੂ ਜੀ ਕਹਿੰਦੇ ਕੀ ਹੋਇਆ ਫਿਰ? ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੂ। ਕਿਸੇ 'ਚ ਸ਼ਰਮ ਨਹੀਂ ਰਹੀ ਧੀ ਭੈਣ 'ਚ, ਕਿਸੇ 'ਚ ਕੋਈ ਧਰਮ ਨਹੀਂ ਰਿਹਾ। ਛੋਟੇ ਛੋਟੇ ਸਾਰਿਆਂ ਦੇ ਕੱਪੜੇ ਹੋ ਗਏ, ਪਤਾ ਨਹੀਂ ਕਿੱਧਰ ਸਾਡਾ ਕਲਚਰ ਗਿਆ, ਜਿਹਨੂੰ ਸੱਭਿਆਚਾਰ ਕਹਿੰਦੇ ਸਾਂ ਅਸੀਂ। ਮਹਾਰਾਜ ਸਾਹਿਬ ਕਹਿੰਦੇ ਉਹ ਪਤਾ ਹੀ ਨਹੀਂ ਕਿੱਧਰ ਗਿਆ, ਉੱਡੀ ਗਿਆ, ਲੱਗਦਾ ਖੰਭ ਲਾ ਕੇ ਹੀ ਉੱਡ ਗਿਆ। ਅੱਜ ਕੱਲ੍ਹ ਵੇਖਿਆ ਜਾਂਦਾ ਇਹ ਕੋਈ ਸੰਗਤ ਦੀ ਸ਼ਰਮ ਵਾਲੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਬੈਠੇ ਗੱਲ ਕਰਨੀ ਪੈਂਦੀ ਹੈ। ਅੱਜ ਕੱਲ੍ਹ ਵੇਖਿਆ ਜਾਂਦਾ ਮਰਦਾਂ ਨੇ ਤੇ ਕੱਪੜੇ ਪਾਏ ਨੇ ਸੰਪੂਰਨ, ਪਰ ਜਿਹੜੀ ਇਸਤਰੀ ਨੂੰ ਤਨ ਢਕਣਾ ਚਾਹੀਦਾ ਸੀ ਉਹ ਹੌਲੀ ਹੌਲੀ ਕੱਪੜੇ ਘਟੀ ਜਾਂਦੇ ਨੇ। ਭਾਈ ਸਾਡੀਆਂ ਧੀਆਂ ਭੈਣਾਂ ਨੇ, ਸਤਿਕਾਰ ਕਰਨਾ ਚਾਹੀਦਾ ਹੈ, ਪਰ ਜਿਹੜਾ ਉਪਦੇਸ਼ ਗੁਰੂ ਨਾਨਕ ਦੇਵ ਜੀ ਬਖਸ਼ਦੇ ਨੇ ਕਿ ਸ਼ਰਮ ਧਰਮ ਦੋਏ ਛੱਪ ਖੋਲੋ, ਸ਼ਰਮ ਹੀ ਨਹੀਂ ਰਿਹਾ ਕਿਸੇ ਦੇ ਵਿੱਚ, ਕੋਈ ਸ਼ਰਮ ਨਹੀਂ ਰਹੀ। ਮੇਰਾ ਪਿਓ ਕੀ ਆਖੂਗਾ, ਮੇਰਾ ਭਰਾ ਕੀ ਸੋਚੂਗਾ, ਕਿਸੇ 'ਚ ਕੋਈ ਸ਼ਰਮ ਨਹੀਂ ਰਹੀ। ਮਹਾਰਾਜ ਸਾਹਿਬ ਜੀ ਕਹਿੰਦੇ ਸਾਰੇ ਬਨੇ ਕੂੜ ਫਿਰੈ ਪ੍ਰਧਾਨ ਵੇ ਲਾਲੋ। ਜਿਵੇਂ ਕੋਈ ਪ੍ਰਧਾਨ ਬਣ ਜਾਂਦਾ ਨਾ, ਕਿਸੇ ਕਮੇਟੀ ਦਾ ਪ੍ਰਧਾਨ ਸਭ ਤੋਂ ਵੱਡਾ ਮੰਨਿਆ ਜਾਂਦਾ ਉਹ, ਤੇ ਇਸੇ ਪ੍ਰਕਾਰ ਕਹਿੰਦੇ ਕਿ ਸ਼ਰਮ ਵੀ ਲੁਕਦੀ ਤੇ ਧਰਮ ਵੀ ਲੁਕ ਗਿਆ।
ਜਿਹੜੇ ਕਹਿੰਦੇ ਸੀ ਰਾਜ ਕਰੇਗਾ ਖਾਲਸਾ ਕੀ ਰਹਿ ਨਾ ਕੋਏ, ਉਹਨਾਂ ਦੇ ਧੀਆਂ ਪੁੱਤ ਭਾਈ ਲੱਭਦੇ ਨਹੀਂ ਕਿਤੇ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਝੂਠ ਹੀ ਪ੍ਰਧਾਨ ਹੋ ਗਿਆ। ਮਹਾਰਾਜ ਸਾਹਿਬ ਜੀ ਕਹਿੰਦੇ ਸ਼ਰਮ ਧਰਮ ਦੋਏ ਛਪ ਕੋ, ਸ਼ਰਮ ਧਰਮ ਕਾ ਡੇਰਾ ਦੂਰ। ਇਹ ਜਿਹੜਾ ਅਸਥਾਨ ਸੀ ਨਾ ਸ਼ਰਮ ਦਾ, ਇਸਤਰੀ ਨੂੰ ਪਤਾ ਸੀ ਕਿ ਮੈਨੂੰ ਲੱਜਿਆ ਰੱਖਣੀ ਚਾਹੀਦੀ ਹੈ, ਆਪਣੇ ਮਾਂ ਪਿਓ ਦੀ ਪੱਗ ਰੱਖਣੀ ਚਾਹੀਦੀ ਮੈਨੂੰ। ਪੁੱਤਰ ਨੂੰ ਪਤਾ ਸੀ। ਸਤਿਗੁਰੂ ਜੀ ਕਹਿੰਦੇ ਇਹ ਜਿਹੜੇ ਥਾਂ ਸੀ ਇਹ ਸਾਰੇ ਹੀ ਦੂਰ ਹੋ ਗਏ। ਨਾਨਕ ਕੂੜ ਰਹਿਆ ਭਰਪੂਰ। ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਝੂਠ ਹੀ ਪਰਿਪੂਰਨ ਹੋ ਗਿਆ। ਜਿਵੇਂ ਮੰਨਿਆ ਜਾਂਦਾ ਨਾ ਸੰਗਤ ਜੀ ਕਿ ਰੱਬ ਸਾਰਿਆਂ ਦੇ ਵਿੱਚ ਆ, ਪਰਿਪੂਰਨ ਕਿਹਾ ਜਾਂਦਾ ਕਿ ਭਾਂਡਾ ਭਰ ਜਾਵੇ ਤੇ ਭਾਂਡਾ ਫਿਰ ਭਰੀ ਚੀਜ਼ ਦੇ ਵਿੱਚ ਵੀ ਡੁੱਬ ਜਾਵੇ, ਉਹਨੂੰ ਪਰਿਪੂਰਨ ਕਿਹਾ ਜਾਂਦਾ। ਤੇ ਸਤਿਗੁਰੂ ਜੀ ਕਹਿੰਦੇ ਇਸੇ ਪ੍ਰਕਾਰ ਹੀ ਜੀਵਾਂ ਦੇ ਵਿੱਚ ਕੂੜ ਜਿਹੜਾ ਭਰ ਗਿਆ। ਜਿਵੇਂ ਤੁੰਨ ਕੇ ਕਿਸੇ ਚੀਜ਼ ਦੇ ਨਾਲ ਬੋਰੀ ਭਰ ਦਈਏ, ਐਨ ਲਬਾ ਲੱਭ ਹੋ ਜਾਵੇ, ਕੱਸੀ ਜਾਵੇ, ਪੂਰੀ ਭਰਪੂਰ ਹੋ ਜਾਵੇ, ਕੋਈ ਚੀਜ਼ ਕੋਈ ਭਾਂਡਾ ਹੋਵੇ। ਮਹਾਰਾਜ ਸਾਹਿਬ ਕਹਿੰਦੇ ਮਨੁੱਖਾਂ ਵਿੱਚ ਤੇ ਇਸ ਪ੍ਰਕਾਰ ਝੂਠ ਵੜ ਗਿਆ ਹੈ। ਮੱਥਾ ਟਿੱਕਾ ਤੀੜ ਧੋਤੀ ਕਖਾਈ। ਸਤਿਗੁਰੂ ਜੀ ਕਹਿੰਦੇ ਖੱਤਰੀਓ ਤੁਸੀਂ ਮੱਥੇ ਤੇ ਟਿੱਕਾ ਲਾਇਆ ਹੈ, ਬੜਾ ਚੌੜਾ ਟਿੱਕਾ ਲਾਇਆ ਸੰਗਤ ਜੀ, 4-4 ਇੰਚ ਦਾ। ਤੇੜ ਧੋਤੀ ਕਖਾਈ, ਭਗਵੇਂ ਰੰਗ ਦੀ ਕਖਾਈ ਧੋਤੀ ਬੰਨੀ ਹੈ। ਹੱਥ ਛੁਰੀ ਜਗਤ ਕਾ ਸਾਈ। ਹੱਥ ਦੇ ਵਿੱਚ ਤੁਸੀਂ ਕਲਮ ਰੂਪ ਛੁਰੀ ਫੜੀ। ਹੱਥ ਦੇ ਵਿੱਚ ਨਾ ਜਿਨ੍ਹਾਂ ਦੀ ਸਰਕਾਰੇ ਦਰਬਾਰੇ ਚੱਲਦੀ, ਮਹਾਰਾਜ ਸਾਹਿਬ ਕਹਿੰਦੇ ਉਹਨਾਂ ਨੇ ਕਲਮ ਦੇ ਵਿੱਚ ਛੁਰੀ ਫੜੀ। ਮੰਨ ਲਓ ਛੁਰੀ ਹੁੰਦੀ ਮਾਰਨ ਵਾਲੀ, ਤੇ ਇੱਕ ਛੁਰੀ ਫੜੀ ਹੈ ਜਿਹੜੇ ਹਲਾਲ ਕਰਦੇ ਨੇ, ਜੀਵਾਂ ਨੂੰ ਕੋਹ ਕੇ ਮਾਰਦੇ ਨੇ। ਇਹ ਨਹੀਂ ਜਾਣਦੇ ਕਿ ਬੇਜਵਾਨਾ ਜੀਵ ਹੈ, ਇਹਨੂੰ ਮਾਰ ਕੇ ਕੀ ਫਾਇਦਾ ਹੋਵੇਗਾ। ਮਹਾਰਾਜ ਸਾਹਿਬ ਜੀ ਕਹਿੰਦੇ ਕਿ ਖੱਤਰੀਓ ਤੁਸੀਂ ਮੱਥੇ ਤੇ ਵੱਡਾ ਤਿਲਕ ਲਾਇਆ, ਲੱਕ ਦੇ ਉੱਤੇ ਭਗਵੇਂ ਰੰਗ ਦੀ ਧੋਤੀ ਬੰਨੀ ਹੈ, ਤੇ ਸੰਸਾਰ ਦੇ ਵਿੱਚ ਕਸਾਈ ਬਣ ਕੇ ਫਿਰਦੇ ਹੋ। ਨੀਲ ਵਸਤਰ ਪਹਿਰੇ ਹੋਵਹਿ ਪਰਵਾਨ। ਨੀਲ ਵਸਤਰ ਪਹਿਨ ਲੈਂਦੇ ਨੇ। ਨੀਲੇ ਵਸਤਰ ਕਹਿੰਦੇ ਨੇ ਜਿਵੇਂ ਮੁਸਲਮਾਨਾਂ ਦਾ ਰਾਜ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਵੇਲੇ, ਉਦੋਂ ਸਾਰੇ ਮੁਸਲਮਾਨਾਂ ਨੂੰ ਹਦਾਇਤ ਸੀ ਕਿ ਤੁਸੀਂ ਸਾਰਿਆਂ ਨੇ ਨੀਲੇ ਕੱਪੜੇ ਪਾਉਣੇ, ਨੀਲੇ ਬਾਣੇ ਧਾਰਨ ਕਰਕੇ ਰੱਖਣੇ। ਜਿੰਨੇ ਇਸਤਰੀਆਂ ਪੁਰਸ਼ ਸਨ ਸਾਰੇ ਨੀਲ ਵਸਤਰ ਹੋਵੈ ਪ੍ਰਵਾਨ। ਉਹ ਨੀਲ ਵਸਤਰ ਪਾ ਕੇ ਪ੍ਰਵਾਨ ਹੁੰਦੇ ਸਨ। ਮੰਨਿਆ ਜਾਂਦਾ ਸੀ ਕਿ ਮੁਸਲਮਾਨ। ਹਿੰਦੂ ਜਿਹੜੇ ਸਨ ਬ੍ਰਾਹਮਣ, ਇਹ ਧੋਤੀਆਂ ਬੰਨ੍ਹਦੇ ਸਨ, ਤਿਲਕ ਲਾਉਂਦੇ ਸਨ, ਜਨੇਊ ਪਾਉਂਦੇ ਸਨ। ਮੰਨਿਆ ਜਾਂਦਾ ਸੀ ਇਹ ਬ੍ਰਾਹਮਣ ਹਨ, ਭਗਵੀਂ ਧੋਤੀ ਬੰਨ੍ਹਦੇ ਸਨ। ਤੇ ਇਸੇ ਪ੍ਰਕਾਰ ਹੀ ਮੁਸਲਮਾਨਾਂ ਦੇ ਚਿੰਨ੍ਹ ਸੀ। ਇਸਤਰੀਆਂ ਪੁਰਸ਼ ਨੀਲੇ ਕੱਪੜੇ ਪਾ ਕੇ ਰੱਖਦੇ ਸੀ। ਮਹਾਰਾਜ ਸਾਹਿਬ ਕਹਿੰਦੇ ਬਾਹਮਣੋ ਤੁਹਾਡੇ ਤੇ ਲਾਹਨਤ ਤੇ। ਇੱਕ ਪਾਸੇ ਤੁਸੀਂ ਧੋਤੀ ਬੰਨ੍ਹ ਲਈ, ਤਿਲਕ ਲਾ ਲਿਆ ਮੱਥੇ ਦੇ ਉੱਤੇ ਵੱਡਾ ਚੌੜਾ, ਗਲ ਦੇ ਵਿੱਚ ਮਾਲਾ ਪਾ ਲਈ, ਪਰ ਰਾਮ ਨੂੰ ਤੇ ਖਿਡੌਣਾ ਬਣਾਤਾ ਨਾ ਤੁਸੀਂ ਪੜ੍ਹ ਕੇ। ਰੱਬ ਨੇ ਤੇ ਕੋਈ ਗੱਲ ਹੀ ਨਹੀਂ ਰਹੀ ਰੱਬ ਦੀ। ਰੱਬ ਨੂੰ ਤੇ ਇਉਂ ਜਾਣਿਆ ਜਿਵੇਂ ਬੱਚਾ ਹੋਵੇ, ਜਿੱਧਰ ਮਰਜ਼ੀ ਲਾ ਦਿਓ ਕੋਈ ਚੱਕਰ ਨਹੀਂ। ਕਦੀ ਹਿੰਦੂ ਬਣ ਗਏ ਤੇ ਕਦੀ ਮੁਸਲਮਾਨ। ਮਹਾਰਾਜ ਸਾਹਿਬ ਕਹਿੰਦੇ ਜਦੋਂ ਪੈਸੇ ਕਮਾਉਣ ਦਾ ਵੇਲਾ ਆਇਆ, ਜਦੋਂ ਪਤਾ ਸੀ ਕਿ ਬਹਿਲੋਲ ਲੋਧੀ ਨੇ ਨੌਕਰੀ ਤੋਂ ਕੱਢ ਦੇਣਾ, ਉਦੋਂ ਕਹਿੰਦੇ ਨੀਲ ਵਸਤਰ ਕੱਪੜੇ ਨੀਲੇ ਪਾਲੇ ਤੇ ਉਹਨਾਂ ਦੇ ਦਰਬਾਰ ਵਿੱਚ ਪ੍ਰਵਾਨ ਹੋ ਗਏ। ਮਲੇਛ ਧਾਨ ਲੈ ਪੂਜੈ ਪੁਰਾਨ। ਸਤਿਗੁਰੂ ਜੀ ਕਹਿੰਦੇ ਤੁਸੀਂ ਬਾਹਮਣਾਂ ਦੀ ਪੂਜਾ ਕਰਦੇ ਹੋ, ਤੁਹਾਡੀ ਪੂਜਾ ਕਿਹੜੇ ਕੰਮ ਆਵੇਗੀ? ਕਿਉਂਕਿ ਸੰਗਤ ਜੀ ਵੇਖੀਏ, ਜੇ ਕੋਈ ਧਰਮ ਦੀ ਕਿਰਤ ਨਾ ਕਰਦਾ ਹੋਵੇ, ਉਹਦਾ ਦਾਨ ਪੁੰਨ ਕੀਤਾ ਵੀ ਨਹੀਂ ਫਲਦਾ। ਕੋਈ ਵੀ ਕੰਮ ਕਰਦਾ ਹੋਵੇ ਸੰਸਾਰ ਦੇ ਉੱਤੇ ਕਿਸੇ ਪ੍ਰਕਾਰ ਦਾ ਵੀ, ਭਾਵੇਂ ਉਹ ਦਾਨ ਪੁੰਨ ਵੀ ਕਰੀ ਜਾਵੇ, ਫਿਰ ਫਲਣਾ ਨਹੀਂ, ਕਿਉਂਕਿ ਪਿੱਛੋਂ ਦੇ ਵੱਢੀ ਲੈ ਕੇ ਹੱਕ ਗਵਾਏ। ਜਦੋਂ ਕਮਾਈ ਕੀਤੀ ਉਦੋਂ ਤੇ ਵੱਢੀਆਂ ਲਈ ਗਿਆ, ਬੜੇ ਗਰੀਬਾਂ ਦਾ ਨੁਕਸਾਨ ਕੀਤਾ ਬੜਾ ਜ਼ਿਆਦਾ। ਇਹ ਨਹੀਂ ਸੋਚਿਆ ਕਿ ਇਹਦਾ ਕੀ ਬਣੂ, ਇਹਦੇ ਬੱਚੇ ਰੁੱਲ ਜੂਗੇ ਮਗਰ ਜੇ ਮੈਂ ਇਹਦੇ ਪੈਸੇ ਖਾ ਲਏ ਤੇ। ਮਹਾਰਾਜ ਸਾਹਿਬ ਕਹਿੰਦੇ ਮਲੇਛ ਧਾਨ ਲੈ ਪੂਜੈ ਪੁਰਾਣ। ਉਹ ਮਲੇਛਾਂ ਦਾ ਮਾੜੀ ਫਿਰਤੀ ਵਾਲਿਆਂ ਦਾ ਤੁਸੀਂ ਧਨ ਲਿਆ ਤੇ ਪੁਰਾਣਾ ਨੂੰ ਪੂਜਿਆ। ਕਹਿੰਦੇ ਬੜੇ ਜ਼ਿਆਦੇ ਅਸੀਂ ਧਰਮੀ, ਬ੍ਰਹਮ ਭੋਜ ਕਰਾਵਾਂਗੇ, ਪੁਰਾਣਾ ਨੂੰ ਪੂਜਾਂਗੇ, ਅਸੀਂ ਧਰਮੀ ਬਣ ਜਾਵਾਂਗੇ।
ਪਰ ਸਤਿਗੁਰੂ ਜੀ ਕਹਿੰਦੇ ਜਦੋਂ ਕਮਾਈ ਨਹੀਂ ਸੱਚੀ ਕੀਤੀ, ਫਿਰ ਦਾਨ ਪੁੰਨ ਦਸਵੰਧ ਕੱਢਣ ਦਾ ਕੀ ਫਾਇਦਾ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ। ਮਹਾਰਾਜ ਸਾਹਿਬ ਕਹਿੰਦੇ ਜਿਹੜੇ ਮਲੇਛ ਨੇ ਮੁਸਲਮਾਨ, ਉਹ ਕੁੱਠਾ ਬੱਕਰਾ ਖਾਂਦੇ ਨੇ ਹਲਾਲ ਕਰਕੇ। ਬੱਕਰੇ ਦਾ ਥੋੜਾ ਜਿਹਾ ਕਹਿੰਦੇ ਸਾਹ ਰਗ ਵੱਢ ਦਿੰਦੇ ਨੇ ਗਲੇ ਦੀ ਨਾੜੀ, ਥੋੜਾ ਥੋੜਾ ਖੂਨ ਤੱਸੀ ਜਾਂਦਾ, ਥੋੜਾ ਥੋੜਾ ਤੜਫ ਤੜਫ ਕੇ ਬੱਕਰਾ ਮਰਦਾ ਹੈ। ਇੰਨਾ ਜੀਵ ਤੜਫ ਕੇ ਮਰਦਾ। ਵੇਖੋ ਸੰਗਤ ਜੀ, ਹੁਣ ਕਿਸੇ ਬੇਜਵਾਨੇ ਜੀਵ ਨੂੰ ਮਾਰਨਾ ਹੋਵੇ ਕਿੰਨਾ ਤਰਸ ਆਵੇਗਾ। ਪਰ ਸਤਿਗੁਰੂ ਜੀ ਕਹਿੰਦੇ ਤੁਸੀਂ ਉਹ ਬੱਕਰਾ ਮਾਰਦੇ ਹੋ ਜਿਹੜਾ ਤੁਹਾਡੇ ਧਰਮ ਦੇ ਵਿੱਚ ਅਪਾਖਿਆ ਆਖਿਆ ਜਾਂਦਾ। ਅਪਾਖਿਆ ਕਹਿੰਦੇ ਨੇ ਜਿਹੜੀ ਭਾਸ਼ਾ ਦਾ ਨਾਮ ਨਾ ਲਿਆ ਜਾਵੇ। ਇਹ ਜਿਹੜੇ ਹਿੰਦੂ ਨੇ ਨਾ, ਇਹ ਹਲਾਲ ਸ਼ਬਦ ਨਹੀਂ ਵਰਤਦੇ। ਇਹ ਕਹਿੰਦੇ ਇਹ ਤੇ ਹਲਾਲ ਸ਼ਬਦ ਦੇ ਪਾਪੀ ਰੂਹਾਂ ਲੈਂਦੀਆਂ ਨੇ, ਅਸੀਂ ਨਹੀਂ ਲੈ ਸਕਦੇ। ਅਸੀਂ ਤੇ ਹਿੰਦੂ ਹਾਂ, ਬ੍ਰਾਹਮਣ ਧਰਮ ਦੇ ਵਿੱਚ, ਖੱਤਰੀ ਧਰਮ ਦੇ ਵਿੱਚ ਪੱਕੇ ਹਾਂ, ਅਸੀਂ ਇਹ ਨਾਂ ਨਹੀਂ ਲੈ ਸਕਦੇ। ਪਰ ਮਹਾਰਾਜ ਸਾਹਿਬ ਕਹਿੰਦੇ ਜਦੋਂ ਵੱਢੀ ਲੈ ਕੇ ਹੱਕ ਗਵਾਏ, ਜਦੋਂ ਮੁਸਲਮਾਨਾਂ ਦੀ ਖਾਤਰ ਤੁਸੀਂ ਬੱਕਰਾ ਵੀ ਰਿੰਨਤਾ, ਤੇ ਜਿਹੜਾ ਤੁਸੀਂ ਨਾਂ ਲੈ ਵੀ ਨਹੀਂ ਸਕਦੇ ਸੀ, ਤੁਸੀਂ ਉਹ ਜਦੋਂ ਕਰਮ ਹੀ ਕਰ ਲਿਆ। ਚੌਕੇ ਉੱਪਰ ਕਿਸੇ ਨਾ ਜਾਣਾ। ਕਹਿੰਦੇ ਨੇ ਕਿ ਚੌਕੇ ਉੱਪਰ ਨਹੀਂ ਕਿਸੇ ਨੇ ਜਾਣਾ। ਇਹ ਬਾਹਮਣਾਂ ਦਾ ਸ਼ੁਰੂ ਤੋਂ ਪਖੰਡ ਰਿਹਾ ਹੈ ਕਿ ਚੌਂਕਾ ਜਿਹਾ ਬਣਾ ਲੈਂਦੇ ਨੇ, ਲੀਕਾਂ ਖਿੱਚ ਲੈਂਦੇ ਨੇ, ਚਾਰ ਕੋਨੇ ਬਣਾ ਲੈਂਦੇ ਨੇ, ਉਹਦੇ ਵਿੱਚ ਚੁੱਲ੍ਹਾ ਬਣਾ ਲੈਂਦੇ ਨੇ, ਫਿਰ ਸਾਰਿਆਂ ਨੂੰ ਕਹਿੰਦੇ ਇਹਦੇ ਅੰਦਰ ਨਹੀਂ ਕਿਸੇ ਨੇ ਜਾਣਾ। ਦੇ ਕੇ ਚੌਕਾ ਕੱਢੀ ਕਾਰ। ਚੌਂਕਾ ਜਿਹਾ ਬਣਾ ਕੇ ਚਾਰ ਗੁੱਠਾਂ ਵਾਲਾ, ਉਹਦੇ ਆਸੇ ਪਾਸੇ ਮਹਾਰਾਜ ਜੀ ਕਹਿੰਦੇ ਕਾਰ ਕੱਢ ਦਿੰਦੇ ਨੇ, ਸਾਰੇ ਪਾਸੇ ਲੀਕ ਖਿੱਚ ਦਿੰਦੇ ਹਨ। ਉੱਪਰ ਆਏ ਬੈਠੇ ਕੂੜਿਆਰ। ਉਹਦੇ ਉੱਤੇ ਕੂੜਿਆਰ ਝੂਠਾ ਬਾਹਮਣ ਆ ਕੇ ਬਹਿ ਜਾਂਦਾ। ਹੁਣ ਜਿੰਨੇ ਬਾਹਮਣ ਨੇ ਮਾਸ ਰੱਢਣਾ ਝੂਠਾ ਹੀ ਹੋਵੇਗਾ। ਜਿੰਨੇ ਕਿੱਥੇ ਉਪਦੇਸ਼ ਦੇਣਾ ਸੀ ਕਿ ਸਾਰੇ ਵੇਦਾਂ ਨੂੰ ਪੜ੍ਹੋ, ਵੇਦਾਂ ਦਾ ਅਭਿਆਸ ਕਰੋ, ਰੱਬ ਨੂੰ ਮੰਨੋ, ਜਿਵੇਂ ਜਿਵੇਂ ਇਹਨਾਂ ਦੇ ਕਰਮ ਨੇ। ਮਹਾਰਾਜ ਸਾਹਿਬ ਕਹਿੰਦੇ ਝੂਠਾ ਬਾਹਮਣ ਜਿਹੜਾ ਸੀ, ਉਹ ਤੇ ਜਿੰਨੇ ਇਹ ਕੁਝ ਕਹਿਣਾ ਸੀ ਉਹ ਕਹਿਣ ਲੱਗ ਪਿਆ ਕਿ ਹੁਣ ਬੱਕਰਾ ਰਿੰਨੀਏ, ਬੱਕਰੇ ਰਿੰਨਣ ਦਾ ਸਮਾਂ ਹੋ ਗਿਆ। ਫਿਰ ਪਖੰਡ ਕਰਨ ਲੱਗ ਪਿਆ ਲੋਕਾਂ ਦੇ ਸਾਹਮਣੇ ਕਿ ਮੈਂ ਚੌਂਕਾ ਬਣਾਇਆ, ਵੇਖੋ ਚੌਂਕੇ ਦੇ ਆਸੇ ਪਾਸੇ ਮੈਂ ਚਾਰ ਲੀਕਾਂ ਖਿੱਚ ਦਿੱਤੀਆਂ, ਗੁੱਠਾਂ ਬਣਾ ਦਿੱਤੀਆਂ, ਤੇ ਉੱਪਰ ਸਤਿਗੁਰੂ ਜੀ ਕਹਿੰਦੇ ਆਪ ਬਹਿ ਗਿਆ। ਮੱਤ ਪਿੱਟੈ ਵੀ ਮੱਤ ਪਿੱਟੈ। ਲੋਕਾਂ ਨੂੰ ਦੱਸਾਂ ਕੀ ਜਾਂਦਾ ਏ। ਮਹਾਰਾਜ ਸਾਹਿਬ ਜੀ ਕਹਿੰਦਾ ਮੱਤ ਪਿੱਟਾ, ਵੇਖਿਓ ਕਿਤੇ ਗਾਹ ਨਾ ਆ ਜਿਓ, ਇਹ ਸਾਰਾ ਕੁਝ ਵਿਗੜ ਜਾਵੇਗਾ, ਅਪਵਿੱਤਰ ਹੋ ਜਾਵੇਗਾ। ਇਹ ਨਹੀਂ ਦੱਸਿਆ ਮੈਂ ਬਣਾਉਣ ਕੀ ਦਿਆਂ, ਸਾਰਿਆਂ ਨੂੰ ਪਿੱਛੇ ਪਿੱਛੇ ਰੱਖਦਾ। ਇਹ ਵੇਖਿਓ ਕਿਤੇ ਮਤਾਂ ਕਿਤੇ ਗਾਹ ਆ ਜਿਓ, ਮੇਰਾ ਜਿਹੜਾ ਅੰਨ ਹੈ ਪਿੱਟਿਆ ਜਾਵੇਗਾ। ਇਹੋ ਅੰਨ ਸਾਡਾ ਫਿੱਟੈ। ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਅੰਨ ਏ, ਜਿਹੜਾ ਬਣਾਉਣ ਦਾ ਇਹ ਬਾਹਮਣ ਕਹਿੰਦੇ ਇਹ ਜਿਹੜਾ ਅੰਨ ਏ ਨਾ, ਇਹ ਸਾਡਾ ਫਿੱਟ ਜਾਵੇਗਾ, ਵਿਗੜ ਜਾਵੇਗਾ, ਖਰਾਬ ਹੋ ਜਾਵੇਗਾ। ਸਾਰਿਆਂ ਨੂੰ ਹਨੇਰੇ ਦੇ ਵਿੱਚ ਰੱਖਦੇ ਨੇ। ਹਜੇ ਵੀ ਕਈ ਹੈਗੇ ਨੇ ਪਖੰਡੀ ਕਿ ਪਤਾ ਨਹੀਂ ਕੀ ਕਰੀ ਜਾਂਦੇ, ਪਰ ਲੋਕਾਂ ਨੂੰ ਕਹਿੰਦੇ ਅਸੀਂ ਤੇ ਰੱਬ ਨੂੰ ਬੜੇ ਮਿਲੇ, ਸਾਨੂੰ ਤੇ ਗਿਆਨ ਹੀ ਬਾਹਲਾ ਜ਼ਿਆਦਾ, ਆਪੇ ਹੀ ਦੱਸੀ ਜਾਂਦੇ, ਕੋਈ ਪੁੱਛਦਾ ਨਹੀਂ, ਆਪਦੇ ਮੂੰਹ ਮੀਆਂ ਮਿੱਠੂ ਨੇ ਕੋਈ। ਪਰ ਸਤਿਗੁਰੂ ਜੀ ਕਹਿੰਦੇ ਇਹੋ ਅੰਨ ਸਾਡਾ ਫਿੱਟ ਹੈ। ਤੇ ਜਦੋਂ ਇੰਨਾ ਪਖੰਡ ਕਰ ਲਿਆ, ਫਿਰ ਕਿਸੇ ਨੂੰ ਲਾਗੇ ਨਹੀਂ ਆਉਣ ਦਿੱਤਾ। ਕਹਿੰਦੇ ਕਿਤੇ ਗਾਹ ਨਾ ਆ ਜੇ, ਸਾਡਾ ਜਿਹੜਾ ਅੰਨ ਹੈ ਨਾ ਇਹ ਫਿੱਟ ਜਾਵੇ, ਖਰਾਬ ਹੋ ਜਾਵੇਗਾ। ਤਨ ਫਿੱਟੈ ਫੇੜ ਕਰੇਨ। ਪਰ ਸਤਿਗੁਰੂ ਜੀ ਕਹਿੰਦੇ ਤੁਸੀਂ ਕੀ ਫਿੱਟਣਾ, ਤੁਹਾਡਾ ਅੰਨ ਕੀ ਫਿੱਟਣਾ, ਤੁਹਾਡਾ ਤੇ ਤਨ ਹੀ ਫਿਟਕਾਰਿਆ ਹੋਇਆ। ਜਦੋਂ ਜੀਵ ਨੂੰ ਮਾਰਤਾ, ਵਿਚਾਰੇ ਬੱਕਰੇ ਨੂੰ ਮਾਰਤਾ, ਬੇਜਵਾਨੇ ਜੀਵ ਨੂੰ ਮਾਰਤਾ, ਮਹਾਰਾਜ ਸਾਹਿਬ ਕਹਿੰਦੇ ਤੁਹਾਡਾ ਤੇ ਤਨ ਜਿਹੜਾ ਉਹ ਹੀ ਫਿੱਟਿਆ, ਸਰੀਰ ਹੀ ਫਿੱਟਿਆ ਤੁਹਾਡਾ, ਹੰਕਾਰੀ ਵਿਕਾਰੀ ਹੋ ਗਿਆ। ਤਾਈਓ ਤੇ ਤੁਸੀਂ ਮਾੜੇ ਕਰਮ ਕਮਾਏ ਨੇ। ਮਨ ਝੂਠੈ ਚੁਲੀ ਭਰੇਨ। ਇੱਕ ਬਾਹਮਣ ਹੋਰ ਪਖੰਡ ਕਰਦੇ ਨੇ, ਤੜਕੇ ਉੱਠਦੇ ਨਾ 100 ਕਰੂਲੀ ਕਰੀ ਜਾਣਗੇ, ਮੂੰਹ ਦੇ ਵਿੱਚ ਪਾਣੀ ਘੁਮਾਈ ਜਾਣਗੇ, ਫਿਰ ਡੋਲਤਾ ਮੂੰਹ ਦੇ ਵਿੱਚੋਂ ਕਰੂਲੀ ਕਰਕੇ, ਚੁਲੀਆਂ ਭਰ ਭਰ ਕੇ। ਸਤਿਗੁਰੂ ਜੀ ਕਹਿੰਦੇ ਜਦੋਂ ਮਨ ਹੀ ਝੂਠਾ, ਮਨ ਦੇ ਅੰਦਰ ਕਿਸੇ ਤੇ ਦਇਆ ਨਹੀਂ ਰੱਖਣੀ। ਇਹ ਨਹੀਂ ਸੋਚਣਾ ਕਿ ਗੁਰੂ ਘਰ ਆ ਕੇ ਬਹਿ ਹੀ ਜਾਈਏ ਕਿਤੇ, ਪਰ ਜਦੋਂ ਸਮਾਂ ਲੰਘ ਗਿਆ ਨਾ ਗੁਰੂ ਘਰ ਦਾ, ਸਾਰੇ ਉੱਠ ਪਏ, ਪਸ਼ੂ ਪਕਸ਼ੀ ਜਿੰਨੇ ਹੀ ਧਰਤੀ ਦੇ ਜੀਵ ਸਾਰੇ ਉੱਠ ਕੇ ਬਹਿ ਗਏ। ਉਦੋਂ ਉਹ ਵੀ ਮਨਮੁਖ ਵੀ ਉੱਠ ਪਿਆ। ਤੇ ਫਿਰ ਮਹਾਰਾਜ ਸਾਹਿਬ ਕਹਿੰਦੇ ਆਪਦੇ ਝੂਠੇ ਮਨ ਨਾਲ ਨਾ ਨਿੰਦਕਾਂ ਵਾਂਗੂ ਨਿੰਦਣ ਲੱਗ ਪਿਆ, ਸਾਰਿਆਂ ਨੂੰ, ਰੱਬ ਦੇ ਭਗਤਾਂ ਨੂੰ ਨਿੰਦਣ ਲੱਗ ਪਿਆ।
ਕਿ ਉਹ ਗੁਰੂ ਘਰ ਇੰਝ ਹੁੰਦਾ ਜੀ, ਜੋ ਹੁੰਦਾ ਜੀ, ਤੜਕੇ ਹੀ ਰੌਲਾ ਪਾਉਣ ਲੱਗ ਪੈਂਦੇ ਨੇ, ਆਵਾਜ਼ਾਂ ਹੀ ਬੜੀਆਂ ਉੱਚੀਆਂ ਨੇ ਉੱਥੇ। ਭਾਈ ਅੰਦਰ ਆ ਕੇ ਬਹਿ ਜਾਓ, ਆਵਾਜ਼ਾਂ ਨੀਵੀਆਂ ਹੋ ਜਾਣਗੀਆਂ। ਇਹ ਤੇ ਗੁਰੂ ਨਾਨਕ ਦੀ ਕਲਾ ਹੈ। ਅਸੀਂ ਤੇ ਬੜਾ ਜ਼ੋਰ ਲਾ ਕੇ ਵੇਖ ਲਿਆ, ਅਸੀਂ ਤੇ ਇੱਕੋ ਵੀ ਲਿਆ ਕੇ ਵੇਖ ਲਈਏ, ਤੇ ਪੁਰਾਣੀ ਮਹਾਰਾਜ ਨੇ ਕੀ ਕਰਨਾ, ਆਵਾਜ਼ਾਂ ਨੀਵੀਆਂ ਹੁੰਦੀਆਂ ਹੀ ਨਹੀਂ, ਸਪੀਕਰ ਤਾਂ ਦੀ ਤਾਂ ਹੀ ਜਾਂਦੇ ਆ। ਮਹਾਰਾਜ ਸਾਹਿਬ ਜੀ ਕਹਿੰਦੇ ਮਨ ਝੂਠਾ। ਜਦੋਂ ਮਨ ਦੇ ਵਿੱਚ ਇੰਨੀ ਝੂਠ ਭਰੀ ਹੋਈ, ਗੁਰਮੁਖ ਪਿਆਰਿਆਂ ਨੂੰ ਨਿੰਦੀ ਜਾਣਾ, ਰੱਬ ਦੇ ਭਗਤਾਂ ਨੂੰ। ਜੇ ਕਿਸੇ ਬੱਚੇ ਨੇ ਗੁਰਬਾਣੀ ਪੜ੍ਹ ਲਈ, ਉਹਨੂੰ ਕਹਿਣਾ ਤੂੰ ਕੀ ਪੜ੍ਹੀ ਜਾਣਾ ਭਾਈ। ਮਨ ਝੂਠਾ ਜਦੋਂ, ਤੇ ਚੁਲੀ ਭਰੇਣ ਦਾ ਕੀ ਫਾਇਦਾ, ਫਿਰ ਗੱਲਾਂ ਕਰਨ ਦਾ ਕੀ ਫਾਇਦਾ। ਆਵਰ ਉਪਦੇਸੈ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ। ਜਦੋਂ ਦੂਜਿਆਂ ਨੂੰ ਉਪਦੇਸ਼ ਦਈ ਜਾਣਾ, ਤੱਕੀ ਜਾਣਾ, ਆਜੋ ਗੁਰੂ ਘਰ ਆਜੋ, ਨਾਮ ਜਪ ਲੋ, ਪਰ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਆਪ ਹੀ ਨਹੀਂ ਜਪਣਾ, ਆਵਤ ਜਾਵਤ ਜਨਮੈ ਮਰੈ। ਉਹਦਾ ਤੇ ਫਿਰ ਭਾਈ ਸੰਸਾਰ ਆਵਾਗੁਣ ਕਦੀ ਮਿਟਦਾ ਨਹੀਂ, ਸੰਸਾਰ ਦੇ ਵਿੱਚ ਡੁੱਬ ਜਾਂਦਾ, ਸਮੁੰਦਰ ਵਿੱਚ ਡੁੱਬ ਕਿਵੇਂ ਜਾਂਦਾ। ਜਿਵੇਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਜਿਹਨੂੰ ਤਰਨ ਦੀ ਜਾਚ ਨਾ ਹੋਵੇ, ਤੇ ਕੱਦ ਹੋਵੇ 6 ਫੁੱਟ, ਤੇ 7 ਫੁੱਟ ਦੇ ਪਾਣੀ ਵਿੱਚ ਡੁੱਬ ਜਾਂਦਾ ਸੰਗਤ ਜੀ। ਇਸ ਕਰਕੇ ਤਰਨ ਦੀ ਜਾਚ ਜ਼ਰੂਰ ਚਾਹੀਦੀ, ਭਾਵੇਂ ਥੋੜ੍ਹੀ ਬਾਤੀ ਹੋਵੇ। ਮਹਾਰਾਜ ਸਾਹਿਬ ਕਹਿੰਦੇ ਜਦੋਂ ਮਾਣੀ ਝੂਠਾ ਏ, ਫਿਰ ਬਾਹਰੋਂ ਚੁਲੀਆਂ ਭਰਨ ਦਾ ਕੀ ਫਾਇਦਾ। ਕਹੋ ਨਾਨਕ ਸੱਚ ਧਿਆਈਐ। ਉਹ ਬਾਹਮਣ ਕਹਿਣ ਲੱਗਾ ਖੱਤਰੀ ਕਿ ਸਤਿਗੁਰੂ ਜੀ ਤੁਸੀਂ ਦੱਸ ਦਿਓ, ਫਿਰ ਸਾਡੀ ਤੇ ਕੋਈ ਵਾਹ ਪੇਸ਼ ਨਹੀਂ ਜਾਂਦੀ, ਸਾਨੂੰ ਤੇ ਕੋਈ ਸੋਝੀ ਨਹੀਂ। ਅਕਲ ਹੀ ਅੰਨੀ ਹੋਈ ਵੀ ਬੜੇ ਮੂਰਖ ਬਣ ਗਏ ਹੁਣ, ਕਿਉਂਕਿ ਪਾਪ ਹੀ ਇੰਨੇ ਕਮਾ ਲਏ, ਵੱਡੀਆਂ ਲੈ ਲਈਆਂ ਇੰਨੇ ਲੋਕਾਂ ਕੋਲ, ਕਿਸੇ ਦਾ ਧਨ ਖਾ ਲਿਆ, ਕਿਸੇ ਦਾ ਮਾੜਾ ਕਰਤਾ। ਤੁਸੀਂ ਦੱਸ ਦਿਓ ਕਿ ਸੁਚਮਤਾ ਕਿਵੇਂ ਆਵੇ। ਕਹੋ ਨਾਨਕ ਸੱਚ ਧਿਆਈਏ। ਮਹਾਰਾਜ ਸਾਹਿਬ ਕਹਿੰਦੇ ਸੱਚੇ ਨੂੰ ਧਿਆਓ। ਸੱਚਾ ਕੌਣ ਹੈ? ਇੱਕੋ ਬ੍ਰਹਮ ਦੁਤੀ ਨਾਸ਼। ਇੱਕ ਬ੍ਰਹਮ ਨੂੰ ਧਿਆਓ, ਜਿਹੜਾ ਇੱਕ ਓੰਕਾਰ ਸਮੂਹ ਦਾ ਪ੍ਰਕਾਸ਼ਕ ਹੈ। ਭਾਵ ਕੇ ਉਪਦੇਸ਼ ਦਿੱਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਜਿਹੜੇ ਸੱਚੇ ਨੇ ਭਾਈ। ਐਵੇਂ ਨਾ ਮੜੀਆਂ ਮਸਾਣੀਆਂ ਦੇ ਪੀਰਾਂ ਦੇ ਤੁਰੇ ਫਿਰੋ। ਸੰਗਤ ਜੀ ਕੋਈ ਗੁੱਸਾ ਨਾ ਕਰ ਲੇ, ਕਰ ਵੀ ਲਵੇ ਭਾਵੇਂ, ਇਹ ਗੱਲ ਸੱਚੀ ਹੈ, ਰੋਜ਼ ਕਰਨੀ ਪੈਂਦੀ ਹੈ। ਆਸਾ ਦੀ ਵਾਰ ਗੁਰਬਾਣੀ ਹੈ, ਇਹਦੇ ਵਿੱਚ ਪਖੰਡਾਂ ਦਾ ਖੰਡਨ ਕੀਤਾ ਹੈ। ਰੋਜ਼ ਹੀ ਮਹਾਰਾਜ ਸਾਹਿਬ ਕਹਿ ਹੀ ਦਿੰਦੇ ਨੇ ਵਾਰ-ਵਾਰ। ਮੇਰੇ ਗੁਰਸਿੱਖਾਂ ਨੂੰ ਚੇਤਾ ਰਵੇ, ਕਿਤੇ ਇਹ ਨਾ ਹੋਵੇ ਗੁਰੂ ਘਰ ਜਾ ਕੇ ਬਾਜੋ ਮੜੀ ਦੇ ਦੀਵਾ ਜਗਾਉਣ, ਇਹ ਭੁਲੇਖੇ ਨਾ ਕਿਤੇ ਕਰ ਨਾ ਪੈਣ। ਤਾਂ ਕਰਕੇ ਮਹਾਰਾਜ ਸਾਹਿਬ ਜੀ ਵਾਰ-ਵਾਰ ਚੇਤਾ ਕਰਾਉਂਦੇ ਨੇ, ਵਾਰ-ਵਾਰ। ਜਿਵੇਂ ਵਾਰ-ਵਾਰ ਰੋਟੀ ਖਾਈਦੀ ਨਾ, ਕਿ ਭੁੱਖ ਮਿਟ ਜਾਵੇ ਫਿਰ ਲੱਗ ਜਾਂਦੀ, ਫਿਰ ਮਿਟ ਜਾਵੇ। ਜੇ ਰੋਟੀ ਨਾ ਖਾਈਏ ਤੇ ਭੁੱਖ ਜਿਹੜੀ ਵੱਧ ਜਾਂਦੀ, ਫਿਰ ਦੁੱਖ ਬਣ ਜਾਂਦਾ। ਇਸ ਕਰਕੇ ਸੱਚ ਐਸਾ ਹੈ, ਜੇ ਵਾਰ-ਵਾਰ ਨਾ ਸੁਣਾਂਗੇ ਨਾ, ਫਿਰ ਅੰਦਰੋਂ ਭਾਈ ਦੁੱਖ ਲੱਗ ਜਾਵੇਗਾ। ਇਸ ਕਰਕੇ ਇਹ ਤੇ ਸੱਟਾਂ ਨੇ ਵਾਰ-ਵਾਰ ਮਹਾਰਾਜ ਸਾਹਿਬ ਜੀ ਮਾਰਦੇ ਨੇ ਕਿ ਪੱਕਾ ਹੋ ਜਾਵੇ। ਇਸ ਕਰਕੇ ਵਾਰ-ਵਾਰ ਬੇਨਤੀ ਕਰਨੀ ਪੈਂਦੀ ਹੈ, ਸੱਚ ਧਿਆਈਐ, ਸੱਚੇ ਨੂੰ ਧਿਆਓ। ਭਾਈ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਜੇ ਪੰਜਾਬ ਦੀ ਧਰਤੀ ਤੇ ਜਨਮ ਹੋਇਆ, ਇੰਨੀ ਪਾਕ ਪਵਿੱਤਰ ਥਾਂ ਤੇ, ਫਿਰ ਹੋਰ ਕਿਤੇ ਕਾਹਤੋਂ ਮੂੰਹ ਮਾਰਨਾ। ਜਦੋਂ ਸੱਚੇ ਦੇ ਘਰੇ ਜਨਮ ਹੋ ਗਿਆ, ਇਹ ਤੇ ਇਸ ਪ੍ਰਕਾਰ ਹੈ, ਜੇ ਕਿਤੇ ਸੰਸਾਰ ਦੇ ਵਿੱਚ ਕਿਸੇ ਨੂੰ ਕਹਿ ਦਈਏ ਨਾ ਕਿ ਤੇਰਾ ਉਹ ਪਿਓ ਨਹੀਂ ਹੋਏ, ਤੇਰਾ ਪਿਓ ਨਹੀਂ ਹੋ ਸਕਦਾ ਉਹ, ਤੇ ਅਗਲਾ ਗਲ ਪੈਣ ਤੱਕ ਆਊਗਾ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿੰਦੇ ਨੇ ਸੱਚੇ ਨੂੰ ਤੁਸੀਂ ਧਿਆਇਆ ਨਹੀਂ। ਸੱਚੇ ਨੇ ਗੁਰੂ ਗ੍ਰੰਥ ਸਾਹਿਬ ਜੀ, ਗੁਰਦੇਵ ਮਾਤਾ ਗੁਰਦੇਵ ਪਿਤਾ। ਸਤਿਗੁਰੂ ਜੀ ਦੇ ਪੱਕਾ ਹੀ ਕਹਿੰਦੇ ਨੇ ਕਿ ਗੁਰੂ ਹੀ ਮਾਤਾ ਹੈ ਤੇ ਗੁਰੂ ਹੀ ਪਿਓ ਹੈ। ਪਰ ਮਾਂ ਪਿਓ ਨੂੰ ਛੱਡ ਕੇ ਹੋਰ ਲੱਲੀ ਛੱਲੀਆਂ ਨੂੰ ਮੰਨੀ ਜਾਣਾ, ਕਬਰਾਂ ਤੇ ਮੱਥੇ ਟੇਕੀ ਜਾਣੇ, ਕਿੱਥੇ ਲਿਖਿਆ ਭਾਈ? ਕਿੱਥੋਂ ਦਾ ਸਿਧਾਂਤ ਏ? ਕਈ ਤਰਕ ਕਰਦੇ ਨੇ ਕਿ ਇੱਥੇ ਲਿਖਿਆ, ਸਾਨੂੰ ਆਹ ਗੱਲ ਦੱਸੋ, ਅਸੀਂ ਤੇ ਤਾਂ ਮੰਨਦੇ। ਕਬਰਾਂ ਨੂੰ ਮੱਥੇ ਟੇਕਣਾ ਕਿੱਥੇ ਲਿਖਿਆ ਭਾਈ? ਪੱਥਰਾਂ ਨੂੰ ਪੂਜੀ ਜਾਣਾ, ਉਹਨਾਂ ਦੇ ਦੁੱਧ ਹੀ ਪਰੋੜੀ ਜਾਣਾ, ਹੋਰ ਨਹੀਂ ਕੁਛ। ਤੇ ਇੰਨਾ ਜ਼ਿਆਦਾ ਨੁਕਸਾਨ ਕਰੀ ਜਾਣਾ। ਪੀਣ ਵਾਲੀਆਂ ਚੀਜ਼ਾਂ ਜਿਨ੍ਹਾਂ ਦੀ ਕੋਈ ਮਰਿਆਦਾ ਰਹੀ ਸੰਸਾਰ ਦੇ ਉੱਤੇ, ਉਹਨਾਂ ਨੂੰ ਬੇਫਾਇਦਾ ਨੁਕਸਾਨ ਪਹੁੰਚਾਈ ਜਾਣਾ, ਉਹਨਾਂ ਨੂੰ ਫਾਲਤੂ ਹੀ ਰੋੜੀ ਜਾਣਾ। ਇਹ ਸਤਿਗੁਰੂ ਜੀ ਕਹਿੰਦੇ ਸਿਧਾਂਤ ਕਿੱਥੋਂ ਦਾ ਦੱਸੋ ਤੇ ਸਹੀ। ਸੱਚੇ ਨੂੰ ਮੰਨਣਾ ਨਹੀਂ, ਕਬਰਾਂ ਨੂੰ ਪੂਜੀ ਜਾਣਾ। ਇੰਨੇ ਦਿਨ ਹੋ ਗਏ ਬੇਨਤੀਆਂ ਕਰਦੇ ਨੂੰ, ਇੱਥੇ ਨਗਰ ਦੇ ਵਿੱਚ ਹੀ ਰਹਿੰਦਾ, ਪਰ ਪਤਾ ਨਹੀਂ ਕੋਈ ਮੰਨਦਾ ਕਿਉਂ ਨਹੀਂ। ਬੜੀਆਂ ਮਾਈਆਂ ਨੂੰ ਵੇਖਿਆ ਤੁਰੀਆਂ ਜਾਂਦੀਆਂ ਨੇ ਕੌਲੀਆਂ ਲੈ ਲੈ,
ਪਤਾ ਨਹੀਂ ਕੀ ਮਿਲਦਾ ਭਾਈ। ਫੁੱਲੜੀਆਂ ਦਾ ਪ੍ਰਸ਼ਾਦ 2 ਕਵਲੀਆਂ ਦੇ ਦਿਆ ਕਰਾਂਗੇ ਇੱਥੇ ਹੀ, ਜੇ ਬੱਚੇ ਨਹੀਂ ਰੱਜਦੇ ਤੇ। ਪਰ ਸੰਗਤ ਜੀ ਇਹ ਪਾਪ ਨਾ ਕਮਾਓ, ਗਾਤਰੇ ਪਾ ਕੇ ਕਬਰਾਂ ਤੇ ਨਾ ਮੱਥੇ ਟੇਕੋ। ਜਿਹੜਾ ਸੱਚਾ ਹੁੰਦਾ ਉਹਨੂੰ ਭਾਈ ਦੁੱਖ ਲੱਗ ਹੀ ਜਾਂਦਾ। ਫਿਰ ਸੱਚੇ ਦੀ ਬਾਂਹ ਫੜੀ ਹੈ, ਸਾਰੇ ਰਲ ਮਿਲ ਕੇ ਫੜੀਏ ਭਾਈ। ਇਸ ਕਰਕੇ ਮਹਾਰਾਜ ਸਾਹਿਬ ਕਹਿੰਦੇ ਨੇ ਸੱਚ ਧਿਆਈਐ, ਸੱਚੇ ਨੂੰ ਧਿਆਉਣਾ ਕਰੋ। ਸੁਚ ਹੋਵੈ ਤਾ ਸੱਚ ਪਾਈਐ। ਫਿਰ ਪਵਿੱਤਰਤਾ ਜਾਣੀ ਜਾਵੇਗੀ। ਇਹ ਨਹੀਂ ਕਿ ਲੌਕੀ 68 ਤੀਰਥ ਨਹਾਈ, ਕੌਰਾ ਪੰਤਉ ਨਾ ਜਾਏ। ਭਾਵੇਂ ਤੀਰਥਾਂ ਤੇ ਨਹਾਈ ਜਾਈਏ, ਸੁਚਮਤਾ ਨਹੀਂ ਆਉਣੀ। ਤੀਰਥ ਨਹੀਂ ਝੂਠੇ ਮਾੜੇ ਨਹੀਂ ਤੀਰਥ, ਪਰ ਜਦੋਂ ਭਾਵਨਾ ਹੀ ਨਹੀਂ, ਫਿਰ ਮਹਾਰਾਜ ਸਾਹਿਬ ਜੀ ਨੇ ਗੱਲ ਕੀਤੀ ਕਿ ਸੁਚਮਤਾ ਨਹੀਂ ਆਉਣੀ। ਸੁਚਮਤਾ ਆਉਣੀ ਹੈ ਸੱਚੇ ਨਾਮ ਦੇ ਨਾਲ। ਸਭ ਤੋਂ ਜ਼ਿਆਦਾ ਪਾਕ ਪਵਿੱਤਰ ਮੰਨਿਆ ਹੈ ਉਸ ਵਾਹਿਗੁਰੂ ਦਾ ਨਾਮ। ਅੱਲਾ ਦੀ ਇਬਾਦਤ, ਰਾਮ ਦੀ ਬੰਦਗੀ, ਇਹ ਸਭ ਤੋਂ ਪਵਿੱਤਰ ਮੰਨੀ ਹੈ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਪਵਿੱਤਰਤਾ ਹੀ ਤਾਂ ਆਵੇਗੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਾਂਗੇ। ਪੌੜੀ ਚਿਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ। ਸਤਿਗੁਰੂ ਜੀ ਕਹਿੰਦੇ ਕਿਤੇ ਇਹ ਨਾ ਜਾਣ ਲਿਓ ਕਿ ਚਿੱਤੈ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਏਦਾ। ਇਹ ਨਾ ਸੋਚ ਲਿਓ ਕਿਤੇ ਕਿ ਵਾਹਿਗੁਰੂ ਦੇ ਕੋਈ ਚਿੱਤ 'ਚ ਨਹੀਂ ਗਾ। ਇਹ ਨਾ ਸੋਚ ਲਓ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਤ ਨੂੰ ਸੋਖਾਸਨ ਕਰਤਾ, ਮਹਾਰਾਜ ਸੌਂ ਗਏ। ਸਤਿਗੁਰ ਜਾਗਤਾ ਹੈ ਦੇਵ। ਗੁਰੂ ਜੀ ਦੇ ਪ੍ਰਕਾਸ਼ ਰੂਪ ਦੇਵਤੇ ਸਰੂਪ ਨੇ ਮਹਾਰਾਜ ਸਾਹਿਬ ਜੀ। ਦੇਵਤਿਆਂ ਦੇ ਵੱਡੇ ਮਹਾਦੇਵ ਮੰਨੇ ਨੇ ਗੁਰੂ ਗ੍ਰੰਥ ਸਾਹਿਬ ਜੀ, ਸਾਰੇ ਸੰਸਾਰ ਦੇ ਕਰਤਾ ਧਰਤਾ। ਇਸ ਕਰਕੇ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਚਿੱਤਾ ਅੰਦਰ ਸਭ, ਉਸ ਵਾਹਿਗੁਰੂ ਦੇ ਚਿੱਤ ਦੇ ਅੰਦਰ ਨੇ ਸਾਰੇ। ਕਿਤੇ ਇਹ ਨਾ ਸੋਚ ਲਿਓ ਅਸੀਂ ਬਾਹਰ ਆ, ਬਾਹਰ ਕੋਈ ਨਹੀਂ। ਵੇਖ ਨਦਰੀ ਹੇਠ ਚਲਾਏਂਦਾ। ਉਹ ਆਪਦੀ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਆਪਦੀ ਨਜ਼ਰ ਦੇ ਹੇਠ ਵੇਖ ਕੇ ਸਾਰਿਆਂ ਕੋਲੋਂ ਕਾਰ ਵਿਹਾਰ ਕਰਾਉਂਦਾ ਹੈ। ਆਪੇ ਦੇ ਵਡਿਆਈਆ, ਆਪੇ ਹੀ ਕਰਮ ਕਰਾਏਦਾ। ਜਿਹਨੂੰ ਮਹਾਰਾਜ ਨੇ ਵਡਿਆਈ ਦੇਣੀ ਹੁੰਦੀ ਗੁਰੂ ਨਾਨਕ ਨੇ। ਹੁਣ ਸੰਗਤ ਜੀ ਗੁਰੂ ਕੀ ਸਾਰ ਸੰਗਤ ਵਿੱਚ ਬੈਠੇ ਹੋ, ਤੁਹਾਨੂੰ ਵਡਿਆਈ ਮਿਲੇਗੀ, ਫਟਕਾਰਾਂ ਥੋੜ੍ਹੀ ਮਿਲਣਗੀਆਂ। ਜੇ ਕੋਈ ਧੀ ਭੈਣ ਗੁਰੂ ਘਰ ਆ ਕੇ ਬਹਿ ਗਈ, ਸ਼ਾਬਾਸ਼ ਮਿਲੇਗੀ, ਗੁਰਸਿੱਖੀ ਦੇ ਲੜ ਲੱਗੀ ਹੈ। ਜੇ ਕਿਸੇ ਦਾ ਪੁੱਤਰ ਗੁਰੂ ਘਰ ਆ ਕੇ ਬਹਿ ਗਿਆ, ਕਹਿਣਗੇ ਨਸ਼ਿਆਂ ਤੋਂ ਬਚ ਗਿਆ, ਝੂਠ ਤੋਂ ਬਚ ਗਿਆ, ਹੁਣ ਸੱਚੇ ਦੇ ਲੜ ਲੱਗ ਗਿਆ, ਬਾਣੀ ਦੇ ਲੜ ਲੱਗ ਗਿਆ, ਸਾਰੇ ਸ਼ਾਬਾਸ਼ਾਂ ਦੇਣਗੇ। ਤੇ ਇਸੇ ਪ੍ਰਕਾਰ ਹੀ ਮਹਾਰਾਜ ਸਾਹਿਬ ਕਹਿੰਦੇ ਨੇ ਆਪੇ ਦੇ ਵਡਿਆਈਆ। ਉਹ ਪਰਮੇਸ਼ਰ ਆਪ ਹੀ ਸਾਰਿਆਂ ਨੂੰ ਵਡਿਆਈ ਦਿੰਦਾ ਹੈ, ਆਪੇ ਹੀ ਕਰਮ ਕਰਾਏਂਦਾ। ਆਪੇ ਕਿਸੇ ਤੋਂ ਮਾੜੇ ਕਰਮ ਕਰਾਈ ਜਾਂਦਾ ਹੈ ਤੇ ਕਿਸੇ ਤੋਂ ਚੰਗੇ ਕਰਵਾਈ ਜਾਂਦਾ ਹੈ। ਵੱਡੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦਾ ਲਾਏਦਾ। ਉਹ ਤੇ ਵਾਹਿਗੁਰੂ ਵੱਡੋ ਵੱਡਾ ਵੱਡ ਮੇਦਨੀ। ਉਸ ਪਰਮੇਸ਼ਰ ਦਾ ਜਿਹੜਾ ਸ਼ਿਵਜੀ ਕੀਤਾ ਉਹ ਵੀ ਵੱਡਾ ਹੈ ਭਾਈ। ਪਰ ਵੱਡਾ ਕਿਵੇਂ? ਵਾਹਿਗੁਰੂ ਨੇ ਕੀਤਾ ਤਾਂ ਵੱਡਾ ਹੈ, ਆਪਣੇ ਆਪ ਨਹੀਂ ਵੱਡਾ। ਜੇ ਵਿਸ਼ਨੂੰ ਮਹਾਰਾਜ ਨੇ ਪੈਦਾ ਕੀਤਾ, ਅਕਾਲ ਪੁਰਖ ਨੇ ਬ੍ਰਹਮੇ ਦੀ ਰਚਨਾ ਕੀਤੀ, ਇਹਨਾਂ ਤਿੰਨਾਂ ਦੇ ਡਿਊਟੀ ਲਾਤੀ। ਮਹਾਰਾਜ ਸਾਹਿਬ ਜੀ ਕਹਿੰਦੇ ਇਹ ਤਿੰਨੇ ਉਸ ਵੱਡੇ ਦੇ ਕੀਤੇ ਹੋਏ ਨੇ। ਤੇ ਜਿਹੜੀ ਮੇਦਨੀ ਸਾਜੀ, ਮੇਦਨੀ ਕਹਿੰਦੇ ਨੇ ਧਰਤੀ ਨੂੰ, ਆ ਸੰਸਾਰ ਮੰਡਲ ਨੂੰ, ਬ੍ਰਹਿਮੰਡ ਨੂੰ ਕਹਿੰਦੇ ਨੇ ਧਰਤੀ, ਜਿਹਦੇ ਉੱਤੇ ਅਸੀਂ ਸਾਰੇ ਜੀਵ ਰਹਿੰਦੇ ਹਾਂ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਪਰਮੇਸ਼ਰ ਵੱਡਾ ਹੈ, ਉਹਦੀ ਰਚਨਾ ਵੱਡੀ ਹੈ ਤੇ ਉਹਦੀ ਸਾਜੀ ਹੋਈ ਸ੍ਰਿਸ਼ਟੀ ਵੀ ਵੱਡੀ ਹੈ। ਸਿਰੇ ਸਿਰ ਧੰਦੇ ਲਾਏਂਦਾ। ਬੜੇ ਪ੍ਰਕਾਰ ਦੇ ਧੰਦਿਆਂ ਤੇ ਜੀਵਾਂ ਨੂੰ ਲਾਇਆ। ਕੋਈ ਜੁੱਤੀਆਂ ਗੰਢੀ ਜਾਂਦਾ ਤੇ ਕੋਈ ਏਸੀ ਦੇ ਵਿੱਚ ਸਾਰੀ ਦਿਹਾੜੀ ਬੈਠਾ ਭਾਈ। ਵੱਖਰੇ ਵੱਖਰੇ ਧੰਦੇ ਲਾਏ ਨੇ ਮਹਾਰਾਜ ਸਾਹਿਬ ਜੀ ਨੇ। ਉਹ ਵੱਡੇ ਪਰਮੇਸ਼ਰ ਦੀ ਕਲਾ ਹੈ। ਨਦਰ ਪੱਠੀ ਜੇ ਕਰੀ, ਸੁਲਤਾਨਾ ਕਾਹੋ ਕਰਾਏਦਾ। ਕਹਿੰਦੇ ਜੇ ਉਹਦੀ ਨਜ਼ਰ ਪੁੱਠੀ ਹੋ ਜਾਏ ਨਾ ਵਾਹਿਗੁਰੂ ਦੀ, ਇੱਕ ਤੇ ਹੋ ਗਿਆ ਚਲੋ ਵਡਿਆਈ ਦੇਤੀ ਮਹਾਰਾਜ ਨੇ, ਕਰਮਾਂ ਚੰਗੀਆਂ ਤੇ ਲਾਤਾ। ਪਰ ਮਹਾਰਾਜ ਸਾਹਿਬ ਕਹਿੰਦੇ ਜੇ ਨਜ਼ਰ ਉਹਦੀ ਪੁੱਠੀ ਹੋ ਜੇ ਤੇ ਸੁਲਤਾਨਾ ਘਾਹ ਕਰਾਏਗਾ, ਰਾਜਿਆਂ ਨੂੰ ਵੀ ਘਾਹ ਖਵਾਉਣ ਲਾਉਂਦਾ। ਬੜੀਆਂ ਸਾਖੀਆਂ ਨੇ ਕਿਵੇਂ ਕਿਵੇਂ ਰਾਜਿਆਂ ਨੂੰ ਘਾਹ ਖਾਣ ਲਾਇਆ ਮਹਾਰਾਜ ਨੇ, ਜਿਨ੍ਹਾਂ ਨੇ ਹੰਕਾਰ ਕਮਾਇਆ। ਜਿਵੇਂ ਸ਼ਾਹਜਹਾਨ ਦੀ ਸਾਖੀ ਆਉਂਦੀ ਹੈ, ਕਹਿੰਦੇ ਸ਼ਾਹਜਹਾਨ ਬੜਾ ਵੱਡਾ ਰਾਜਾ ਹੋਇਆ। ਇਹਦੇ 4 ਤਖਤ ਨੇ ਵੱਡੇ। ਇੱਕ ਤਖਤ ਹੈ ਲਾਹੌਰ ਦੇ ਵਿੱਚ, ਇੱਕ ਦਿੱਲੀ ਦੇ ਵਿੱਚ, ਇੱਕ ਤਖਤ ਹੈ ਆਗਰੇ
ਤੇ ਇੱਕ ਮੁਲਤਾਨ ਦੇ ਵਿੱਚ ਕਲਾਨੌਰ ਦੇ ਵਿੱਚ, ਇੱਕ ਤਖਤ ਕਲਾਨੌਰ ਦੇ ਵਿੱਚ। ਇਹ 4 ਤਖਤ ਨੇ ਸ਼ਾਹਜਹਾਨ ਦੇ। ਤੇ ਕਹਿੰਦੇ ਜਦੋਂ ਸ਼ਾਹਜਹਾਨ ਲਾਹੌਰ ਨੂੰ ਜਾਂਦਿਆ ਏ ਤੇ ਰਾਸਤੇ ਦੇ ਵਿੱਚ ਰੁਕਿਆ, ਉੱਥੇ ਪਾਣੀ ਪੂਣੀ ਪੀਣ ਵਾਸਤੇ, ਸਾਹ ਲੈਣ ਵਾਸਤੇ, ਆਰਾਮ ਕਰਨ ਵਾਸਤੇ, ਕਿਉਂਕਿ ਪੈਂਡਾ ਲੰਮਾ ਪੈ ਜਾਂਦਾ। ਉਦੋਂ ਪਹਿਲਾਂ ਟ੍ਰੇਨਾਂ ਗੱਡੀਆਂ ਚੱਲਦੀਆਂ ਸੀ, ਨਾ ਤੇ ਉਦੋਂ ਜਹਾਜ਼ ਹੀ ਸੀ। ਹਾਥੀ ਪਾਖਰਾਂ ਦੇ ਭਾਈ ਸਮਾਨ ਸਮੂਨ ਲੱਦ ਕੇ ਲੈ ਕੇ ਜਾਂਦੇ ਸੀ। ਰਾਜੇ ਵੀ ਇਸੇ ਪ੍ਰਕਾਰ ਹੀ ਜਾਂਦੇ ਸੀ। ਜਦੋਂ ਕਹਿੰਦੇ ਸਾਹ ਲੈਣ ਦੇ ਵਾਸਤੇ ਰਾਹ 'ਚ ਰੁਕਿਆ ਨਾ, ਆਰਾਮ ਕਰਨ ਵਾਸਤੇ, ਤੇ ਉੱਥੇ ਇੱਕ ਗੁਰਸਿੱਖ ਤੜਕੇ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੰਠ ਪਾਠ ਕਰੀ ਜਾਵੇ। ਜਦੋਂ ਪੰਕਤੀ ਆਈ, ਨਦਰ ਉਪੱਠੀ ਜੇ ਕਰੇ ਸੁਲਤਾਨਾ ਕਾਹੂ ਕਰਾਏਂਦਾ, ਰਾਜੇ ਦੇ ਕੰਨੀ ਪੈ ਗਈ ਗੱਲ ਸ਼ਾਹਜਹਾਨ ਦੇ ਕਿ ਇਹ ਕੀ ਗੱਲ ਬਣੀ। ਇਹ ਤੇ ਬਾਦਸ਼ਾਹ ਦੀ ਨਿੰਦਿਆ ਕਰੀ ਜਾਂਦਾ ਹੈ, ਸਾਰੇ ਰਾਜਿਆਂ ਨੂੰ ਮਾੜਾ ਕਹੀ ਜਾਂਦਾ। ਉਹਨੇ ਗੁਰਸਿੱਖ ਨੂੰ ਆਵਾਜ਼ ਮਾਰ ਲਈ, ਸਿਪਾਹੀਆਂ ਨੂੰ ਕਿਹਾ ਇਹਨੂੰ ਫੜ ਕੇ ਲਿਆਓ, ਇਹ ਕੀ ਆਖੀ ਜਾਂਦਾ। ਜਦੋਂ ਪੁੱਛਿਆ ਤੇ ਕਹਿੰਦਾ ਕਿ ਮੇਰੇ ਗੁਰੂ ਨਾਨਕ ਦੀ ਬਾਣੀ ਹੈ, ਉਹਦੇ ਵਿੱਚ ਇਹ ਬਚਨ ਲਿਖਿਆ ਹੈ ਕਿ ਜੇ ਪਰਮੇਸ਼ਰ ਦੀ ਨਜ਼ਰ ਪੁੱਠੀ ਹੋ ਜਾਏ ਨਾ, ਕਿਸੇ ਦੀ ਕਰੋਪੀ ਕਰ ਲਏ ਅਕਾਲ ਪੁਰਖ, ਰਾਜਿਆਂ ਨੂੰ ਵੀ ਘਾਹ ਖਵਾਉਣ ਲਾਉਂਦਾ, ਪਸ਼ੂਆਂ ਵਾਲੀ ਬਿਰਤੀ ਕਰ ਦਿੰਦਾ ਰਾਜਿਆਂ ਦੀ। ਇੰਨੀ ਗੱਲ ਕਹਿ ਕੇ ਗੁਰਸਿੱਖ ਆਪਦੇ ਕੰਮੀ ਚਲਾ ਗਿਆ। ਉਹ ਗਾਂਹ ਤੁਰ ਪਿਆ ਤੇ ਰਾਜੇ ਦੇ ਮਨ ਦੇ ਵਿੱਚ ਗੱਲ ਰਹੀ ਕਿ ਇਹ ਕੀ ਆ ਗਿਆ। ਸਮਾਂ ਲੰਘਦਾ ਗਿਆ। ਇਸੇ ਪ੍ਰਕਾਰ ਔਰੰਗਜ਼ੇਬ ਸੀ ਜਿਹੜਾ, ਉਹਨੇ ਕਿਸੇ ਧੋਖੇ ਦੇ ਨਾਲ ਸ਼ਾਹਜਹਾਨ ਨੂੰ ਫੜ ਲਿਆ ਤੇ ਜੇਲ੍ਹ ਦੇ ਵਿੱਚ ਪਾ ਦਿੱਤਾ। ਜਦੋਂ ਜੇਲ੍ਹ ਦੇ ਵਿੱਚ ਪੈ ਗਿਆ ਤੇ ਖਾਣ ਨੂੰ ਰੋਟੀ ਨਾ ਮਿਲਿਆ ਕਰੇ। ਇੱਕ ਦਿਨ ਕਹਿੰਦੇ ਸ਼ਾਹਜਹਾਨ ਨੇ ਪਾਣੀ ਮੰਗ ਲਿਆ ਤੇ ਉਹਨੇ ਸ਼ਾਹੀ ਭੇਜਤੀ, ਸ਼ਾਹੀ ਜਿਹਦੇ ਨਾਲ ਚਿੱਠੀਆਂ ਲਿਖੀ ਦੀਆਂ, ਪੱਤਰ ਲਿਖੀ ਦਾ। ਕੋਈ ਆਂਦਾ ਇਹਨੂੰ ਪੀ ਕੇ ਗੁਜ਼ਾਰਾ ਕਰ ਲਾ, ਪਾਣੀ ਪੂਣੀ ਸਾਡੇ ਕੋਲ ਹੈ ਨਹੀਂ। ਕਿਉਂਕਿ ਔਰੰਗਜ਼ੇਬ ਕੱਟੜ ਬੜਾ ਸੀ, ਪਾਪੀ ਰੂਹ ਮੰਨੀ ਜਾਂਦੀ ਸੀ ਉਹ। ਤੇ ਸਮਾਂ ਲੰਘਦਾ ਗਿਆ। ਕਹਿੰਦੇ ਜਦੋਂ ਸ਼ਾਹਜਹਾਨ ਨੂੰ ਆਗਰੇ ਲੈ ਕੇ ਆਉਣਾ ਸੀ ਨਾ, ਤੇ ਸ਼ਾਹਜਹਾਨ ਕਹਿਣ ਲੱਗਾ ਕਿ ਮੈਂ ਕਿਰਿਆ ਕਰਨੀ ਹੈ, ਸ਼ੌਚ ਕਿਰਿਆ ਕਰਨੀ ਹੈ, ਬਾਥਰੂਮ। ਆਸੇ ਪਾਸੇ ਹਰਿਆ ਖੇਤ ਸੀ ਛੋਲਿਆਂ ਦਾ, ਹੋਰ ਵੀ ਬੂਟੇ ਲੱਗੇ ਸੀ ਵਾਹਵਾ। ਤੇ ਕਹਿਣ ਲੱਗਾ ਕਿ ਮੈਂ ਲਘੂ ਕਿਰਿਆ ਕਰਨੀ, ਮੈਨੂੰ ਤਾਰ ਦਿਓ। ਉਹ ਸੇਵਾਦਾਰਾਂ ਤੇ ਦਇਆ ਆ ਗਈ, ਕਿਉਂਕਿ ਪਹਿਲਾਂ ਰਾਜਾ ਰਿਹਾ ਸੀ ਭਾਈ ਸ਼ਾਹਜਹਾਨ, ਉਹਨਾਂ ਨੇ ਤਾਰਤਾ। ਜਦੋਂ ਕਿਰਿਆ ਕਰਨ ਉਤਰਿਆ, ਕਿਰਿਆ ਤੇ ਕਾਹਦੀ ਕਰਨੀ ਸੀ ਜਦੋਂ ਕੁਝ ਖਾਧਾ ਹੀ ਨਹੀਂ ਸੀ, ਪੇਟ ਤੇ ਖਾਲੀ ਸੀ ਅੰਦਰੋਂ। ਕਹਿੰਦੇ ਛੇਤੀ ਛੇਤੀ ਉਤਰਿਆ ਤੇ ਪਸ਼ੂਆਂ ਦੇ ਵਾਂਗੂ ਹੱਥ ਪਿੱਛੇ ਬੰਨੇ ਨੇ ਇਹਦੇ, ਤੇ ਪਸ਼ੂਆਂ ਦੇ ਵਾਂਗੂ ਮੂੰਹ ਦੇ ਨਾਲ ਘਾਹ ਖਾਣ ਲੱਗ ਪਏ। ਤੇ ਉਦੋਂ ਇਹ ਪੰਕਤੀ ਚੇਤਾ ਕੀਤੀ ਕਿ ਨਦਰ ਉਪੱਠੀ ਜੇ ਕਰੇ। ਫਿਰ ਚੇਤਾ ਆਇਆ ਉਹਨੂੰ ਕਿ ਜੇ ਪਰਮੇਸ਼ਰ ਦੀ ਨਜ਼ਰ ਪੁੱਠੀ ਪੈ ਜੇ ਤੇ ਰਾਜਿਆਂ ਨੂੰ ਵੀ ਘਾਹ ਖਾਣ ਲਾਉਂਦਾ, ਇਹ 'ਚ ਕੋਈ ਭੁਲੇਖਾ ਨਹੀਂ। ਇੰਨਾ ਵੱਡਾ ਰਾਜਾ ਹੋਵੇ ਸੰਗਤ ਜੀ, ਵੇਖੋ ਕੋਈ ਕਬੀਰਪੁਰ ਦਾ ਸਰਪੰਚ ਹੀ ਬਣ ਜਾਵੇ, ਉਹਨੂੰ ਬੜਾ ਮਾਣ ਹੁੰਦਾ, ਹਰੇਕ ਨੂੰ ਹੁੰਦਾ, ਭਾਵੇਂ ਮੈਂ ਬਣ ਜਾ ਬੜਾ ਮਾਣ ਹੋਵੇਗਾ। ਫਿਰ ਸੁਲਤਾਨਪੁਰ ਦਾ ਅਹੁਦਾ ਮਿਲ ਜਾਵੇ, ਉੱਥੋਂ ਦਾ MLA ਬਣ ਜਾਵੇ, ਉਹਨੂੰ ਬੜਾ ਜ਼ਿਆਦਾ ਮਾਣ ਹੋਵੇਗਾ। ਤੇ ਜਿਹੜਾ ਹੁਣ ਸਾਰੇ ਭਾਰਤ ਖੰਡ ਦਾ ਹੀ ਰਾਜਾ ਹੋਵੇ, ਉਹਨੂੰ ਗੱਲ ਥੋੜ੍ਹੀ ਜਿਹੀ ਪਹੁੰਚਾਉਣੀ ਔਖੀ ਸੀ ਇਹ। ਤੇ ਜਦੋਂ ਪਰਮੇਸ਼ਰ ਦੀ ਕਹਿੰਦੇ ਨਜ਼ਰ ਹੀ ਪੁੱਠੀ ਪੈ ਗਈ, ਫਿਰ ਤੇ ਰਾਜਿਆਂ ਨੂੰ ਘਾਹ ਖਾਣ ਲਾਤਾ। ਅਸੀਂ ਕਿਹੜੇ ਜੀਵ ਹਾਂ ਭਾਈ, ਰਾਜਿਆਂ ਦੇ ਕੋਲ ਤੇ ਸਾਰੀਆਂ ਸਹੂਲਤਾਂ ਨੇ, ਹਾਥੀ ਪਾਖਰ ਨੇ, ਘੋੜੇ ਨੇ, ਮਾਲ ਧਨ ਹੈ, ਪਰ ਜਦੋਂ ਉਹਦੀ ਨਜ਼ਰ ਹੀ ਪੁੱਠੀ ਪੈ ਗਈ, ਫਿਰ ਕਹਿੰਦੇ ਰਾਜਿਆਂ ਨੂੰ ਵੀ ਘਾਹ ਖਾਣ ਲਾ ਦਿੰਦਾ ਹੈ। ਦਰ ਮੰਗਣ ਭਿੱਖ ਨਾ ਪਾਏਦਾ। ਫਿਰ ਕਹਿੰਦੇ ਜਦੋਂ ਘਾਹ ਖਾਣ ਲਾਤਾ ਨਾ, ਕੰਗਾਲ ਬਣਾਤਾ ਰਾਜੇ ਨੂੰ, ਫਿਰ ਰਾਜਾ ਕਿਤੇ ਮੰਗਣ ਵੀ ਚਲ ਜੇ ਜੋਗੀ ਬਣ ਕੇ, ਹੋਰ ਸੰਨਿਆਸ ਭੇਖ ਧਾਰਨ ਕਰ ਲਏ, ਗਰੀਬੜਾ ਬਣ ਜੇ, ਫਿਰ ਕਹਿੰਦੇ ਦਰ ਮੰਗਣ ਭਿੱਖ ਨਾ ਪਾਏਦਾ। ਉਹ ਜਦੋਂ ਕਿਸੇ ਦੇ ਦਰ ਤੇ ਜਾ ਕੇ ਮੰਗਦਾ, ਫਿਰ ਉਹਨੂੰ ਕੋਈ ਭਿੱਖਿਆ ਨਹੀਂ ਦਿੰਦਾ। ਕਹਿੰਦੇ ਤੂੰ ਕਿੱਥੋਂ ਆਇਆ, ਪਹਿਲੋਂ 100 ਸਵਾਲ ਜਵਾਬ ਪੁੱਛਦੇ ਨੇ, ਕਿਹੜਾ ਤੇਰਾ ਡੇਰਾ, ਕਿੱਥੇ ਰਹਿਣਾ ਹੈ, ਤੂੰ ਕੀ ਕਰਦਾ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਨੇ ਦਰ ਮੰਗਣ ਭਿੱਖ ਨਾ ਪਾਏ। ਉਹ ਦਰ ਦੇ ਮੰਗਿਆਂ ਨੂੰ ਫਿਰ ਭਿੱਖ ਨਹੀਂ ਮਿਲਦੀ ਰਾਜੇ ਨੂੰ, ਜਦੋਂ ਪਰਮੇਸ਼ਰ ਦੀ ਜਿਹੜੀ ਨਜ਼ਰ ਪੁੱਠੀ ਹੋ ਜਾਵੇ। ਇਸ ਕਰਕੇ ਸੰਗਤ ਜੀ, ਜੇ ਪਰਮੇਸ਼ਰ ਦੀ ਨਜ਼ਰ ਤੋਂ ਪੁੱਠੀ ਤੋਂ ਬਚਣਾ ਨਾ, ਗੁਰੂ ਦੇ ਲੜ ਲੱਗ ਜਾਈਏ, ਐਵੇਂ ਬਾਹਰ ਨਾ ਮੂੰਹ ਮਾਰੀਏ ਵਾਰ-ਵਾਰ। ਬੜੀਆਂ ਬੇਨਤੀਆਂ ਰੋਜ਼ ਕਰਨੀਆਂ ਨੇ,
ਅਜੇ ਤੇ ਪੌੜੀਆਂ ਹੀ ਭਾਈ 16 ਹੋਈਆਂ, 8 ਪੌੜੀਆਂ ਹੋਰ ਰਹਿੰਦੀਆਂ ਨੇ ਆਸਾ ਦੀ ਵਾਰ ਦੀਆਂ। ਜਿਨ੍ਹਾਂ ਦੇ ਕੰਨ ਤੇ ਪੱਕ ਗਏ ਨੇ ਸੁਣ ਸੁਣ ਕੇ, ਉਹਦੇ ਭਾਈ ਕੱਲ ਨੂੰ ਨਾ ਆਇਓ। ਜਿਨ੍ਹਾਂ ਨੂੰ ਪ੍ਰੇਮ ਆਉਣ ਲੱਗ ਪਿਆ ਉਹ ਜ਼ਰੂਰ ਪਰਮੇਸ਼ਰ ਦੀ ਕਿਰਪਾ ਲੈਣ ਵਾਸਤੇ ਭਾਈ ਆਇਓ। ਕਿਉਂਕਿ ਜੇ ਪਰਮੇਸ਼ਰ ਦੀ ਨਜ਼ਰ ਪੁੱਠੀ ਹੋ ਗਈ ਨਾ, ਵੇਲੋ ਰਾਜਿਆਂ ਨੂੰ ਘਾਹ ਖਾਣਾ ਪਿਆ, ਅਸੀਂ ਕਿਹੜੇ ਜੀ? ਰਾਜਿਆਂ ਕੋਲ ਸਾਰੀਆਂ ਸਹੂਲਤਾਂ, ਸਾਡੇ ਕੋਲ ਕੀ ਸਹੂਲਤ ਹੈ? ਇਸ ਕਰਕੇ ਦਿਨ ਰਾਤੀ ਯਾਰਾ ਦੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਦਿਨ ਤੇ ਰਾਤ ਹੀ ਪਰਮੇਸ਼ਰ ਨੂੰ ਅਰਾਧੋ, ਇੱਕ ਖਿਣ ਵੀ ਢਿੱਲ ਨਾ ਕਰੋ ਕਦੇ। ਹਰ ਜਪਦਿਆ ਖਿਣ ਢਿੱਲ ਨਾ ਕੀਜੈ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕਿ ਨਾ ਆਵੈ। ਕੀ ਪਤਾ ਸੰਗਤ ਜੀ ਸਾਹ ਅਗਲਾ ਆਉਣਾ ਕਿ ਨਹੀਂ ਆਉਣਾ, ਇੱਥੇ ਹੀ ਅੜ ਜਾਣਾ। ਇਹ ਤੇ ਪਰਮੇਸ਼ਰ ਨੂੰ ਪਤਾ ਹੈ। ਫਿਰ ਕਹਿੰਦੇ ਦਰ ਮੰਗਣ ਭਿੱਖ ਨਾ ਪਾਇਂਦਾ। ਜੇ ਉਹਦੀ ਨਜ਼ਰ ਪੁੱਠੀ ਹੋ ਗਈ ਨਾ, ਫਿਰ ਕਿਸੇ ਨੇ ਭਿੱਖਿਆ ਨਹੀਂ ਦੇਣੀ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਏ। ਸਮਾਂ ਬਹੁਤ ਹੋ ਗਿਆ, 4-5 ਮਿੰਟ ਉੱਤੇ ਹੋ ਗਏ ਨੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਗੁਰੂ ਘਰ ਦੇ ਨਾਲ ਜੁੜੋ, ਅੰਮ੍ਰਿਤ ਛਕੋ, ਸਿੰਘ ਬਣੋ, ਭਾਈ ਗੁਰੂ ਵਾਲੇ ਬਣੋ, ਪਿਆਰ ਵਾਲੇ ਬਣੋ। ਸਾਰਿਆਂ ਦੇ ਨਾਲ ਪ੍ਰੇਮ ਦੀ ਦ੍ਰਿਸ਼ਟੀ ਰੱਖੋ, ਦਇਆ ਰੱਖੋ, ਪਖੰਡ ਤੋਂ ਬਚੋ, ਕਰਮ ਕਾਂਡਾਂ ਤੋਂ ਬਚੋ। ਜੋ ਗੁਰੂ ਗ੍ਰੰਥ ਸਾਹਿਬ ਜੀ ਉਪਦੇਸ਼ ਬਖਸ਼ਦੇ ਨੇ ਉਹਦੇ ਨਾਲ ਜੁੜੋ, ਇਹਦੇ ਵਿੱਚ ਹੀ ਭਲਾ ਹੈ। ਆਓ ਸਾਰੇ ਰਲ ਮਿਲ ਕੇ ਨਾ ਅਖੀਰਲੀਆਂ ਪੰਕਤੀਆਂ ਪੜ੍ਹੀਏ। ਹਾਂਜੀ। ਨਦਰ ਉਪੱਠੀ ਜੇ ਕਰੇ, ਸੁਲਤਾਨਾ ਕਾਹੁ ਕਰਾਏਦਾ। ਦਰ ਮੰਗਨ ਭਿੱਖ ਨਾ ਪਾਏਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਘਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕਾ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਪੀਹੂ ਬਨਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰ, ਮੈਂ ਨਿਰਗੁਣ ਗੁਣ ਨਹੀਂ ਕੋਏ। ਨਾਨਕ ਦੀਜੈ ਨਾਮ ਦਾਨ, ਰਾਖਾ ਹੀਐ ਪਰੋਏ। ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਉਤਰੇ ਪਾਰ। ਜੋ ਸਰਦਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਕਥਾ ਨਿਤਾ ਪ੍ਰਤ ਹੋਤ ਹੈ, ਸੁਨਹੁ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੈ ਸਦਾ ਕਲਿਆਣ। ਨਾਨਕ ਗੁਰੂ ਗੋਬਿੰਦ ਸਿੰਘ ਜੀ, ਕਰੈ ਸਦਾ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ